ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ, ਮੇਰੇ ਨਾਲ ਨੇ ਜਤਿੰਦਰ ਖੈਰਾ। ਤੁਹਾਡਾ ਸਾਰਿਆਂ ਦਾ ਸਵਾਗਤ ਕਰੰਟ ਨਿਊਜ਼ ਐਂਡ ਵਿਊਜ਼ ਦੇ ਵਿੱਚ। ਸੋ ਖੈਰਾ ਸਾਹਿਬ, ਮੈਂ ਸੋਚਿਆ ਕਿ ਤੁਹਾਨੂੰ ਪੁੱਛ ਹੀ ਲਵਾਂ, ਚੱਲੇ ਹੋ ਫਿਰ ਦਿੱਲੀ? ਅੱਜ ਤੋਂ ਵੋਲਵੋ ਸ਼ੁਰੂ ਹੋ ਰਹੀਆਂ ਨੇ, ਕਹਿੰਦੇ ਸੀ 15 ਜੂਨ ਤੋਂ ਸ਼ੁਰੂ ਹੋ ਰਹੀਆਂ ਨੇ। ਵੈਸੇ ਫੋਰਚੂਨੇਟਲੀ ਮੈਂ ਚੱਲਾ ਹੀ ਆ ਦਿੱਲੀ ਚੱਲੇ ਹੋ? ਤੇ ਵੈਸੇ ਤੁਸੀਂ ਮੈਨੂੰ ਦੱਸ ਦਿੱਤਾ, ਤੁਸੀਂ ਮੈਨੂੰ ਡਰਾ ਵੀ ਦਿੱਤਾ ਵੀ ਬੱਸ ਸਟੈਂਡ ਦੇ ਉੱਤੇ ਰੱਛ ਬਹੁਤ ਹੈ ਕਿਉਂਕਿ ਕੇਜਰੀਵਾਲ ਸਾਹਿਬ ਨੇ ਆਉਣਾ ਹੈ। ਤੇ ਫਿਰ ਮੈਨੂੰ ਹੁਣ ਇਹ ਵੀ ਲੱਗਦਾ ਕਿ ਨਹੀਂ, ਮੈਂ ਦੋ ਚੀਜ਼ਾਂ ਇਕੱਠੀਆਂ ਹੋ ਗਈਆਂ, ਹੋਰ ਰੂਟ ਲੈ ਲਵਾਂ। ਮੈਨੂੰ ਲੱਗਦਾ ਖੱਜਲ ਖੁਆਰੀ ਜ਼ਿਆਦਾ ਹੋਣੀ ਆ ਤੇ ਵੋਲਵੋ ਘੱਟ ਚੱਲੂਗੀ, ਕਿਉਂਕਿ ਜਦੋਂ ਇਦਾਂ ਦੇ VIPs ਲੀਡਰ ਆਉਂਦੇ ਨੇ ਤਾਂ ਫਿਰ ਉਹ ਥੋੜਾ ਸਿਕਿਉਰਿਟੀ ਪਰਪਸ ਨੂੰ ਲੈ ਕੇ। ਦੇਖੋ, ਇੱਕ ਤਾਂ ਹੈ ਕਿ ਬੜੀ ਖੁਸ਼ਖਬਰੀ ਹੈ ਕਿ ਅੱਜ ਤੋਂ 15 ਜੂਨ ਤੋਂ ਯਾਨੀ 15 ਜੂਨ ਤੋਂ ਮਿੱਥਿਆ ਸੀ ਦਿਨ, ਪੰਜਾਬ ਸਰਕਾਰ ਨੇ ਕਿ ਵੋਲਵੋ ਦੀ ਫੈਸਿਲਿਟੀ ਮਿਲੇਗੀ AC ਬੱਸਾਂ ਦੀ ਅਪ ਟੂ ਦਿੱਲੀ, ਔਰ ਕੰਟਰੋਲਡ ਪ੍ਰਾਈਸ ਦੇ ਉੱਤੇ, ਕੰਟਰੋਲ ਰੇਟਸ ਦੇ ਉੱਤੇ ਜ਼ਿਆਦਾ ਖਰਚਾ ਨਹੀਂ ਕਰਨਾ ਪਏਗਾ, ਕਿਉਂਕਿ ਪ੍ਰਾਈਵੇਟ ਕੰਪਨੀਆਂ ਦੀਆਂ ਜਿਹੜੀਆਂ ਬੱਸਿਸ ਨੇ ਬਹੁਤ ਮਹਿੰਗੀਆਂ ਪੈਂਦੀਆਂ ਨੇ। ਕਈ ਵਾਰ ਤਾਂ ਕਈ ਲੋਕ ਮਜ਼ਾਕ ਕਰਦੇ ਨੇ ਕਿ ਫੋਰਨ ਕੰਟਰੀ ਜਾਣ ਦੇ ਪੈਸੇ ਨਹੀਂ ਬਚਦੇ ਯਾਰ, ਸਾਰੇ ਇੱਥੇ ਟਿਕਟ ਤੇ ਖਰਚ ਹੋ ਜਾਂਦੇ ਆ। ਸੋ ਇਸ ਬਾਰ ਇਹ ਸਸਤਾ ਪਏਗਾ। ਚਲੋ, ਇਹ ਇੱਕ ਚੰਗੀ ਚੀਜ਼ ਆ। ਮੈਨੂੰ ਲੱਗਦਾ ਕਿ ਅੱਜ ਮੈਂ ਉਹ ਵੀ ਖਬਰ ਪੜ੍ਹਦਾ ਸੀਗਾ ਕਿ ਹੁਣ ਜਿਹੜੇ ਲਰਨਿੰਗ ਲਾਇਸੈਂਸ ਆ ਉਹ ਵੀ ਆਨਲਾਈਨ ਬਣਨਗੇ। ਹਨਾ ਵੀ ਤੁਸੀਂ ਫੀਸ ਦਿਓ ਆਪਣੇ ਘਰੇ, ਆਪਣੇ ਫੋਨਾਂ ਤੋਂ, ਲੈਪਟਾਪਾਂ ਤੋਂ, ਫਲਾਣੇ ਤੋਂ, ਉੱਤੇ ਆਪਣਾ ਅਪਲੋਡ ਕਰੋ ਆਧਾਰ ਕਾਰਡ ਤੋਂ, ਉਸ ਤੋਂ ਬਾਅਦ ਕੁਐਸਚਨ ਪੇਪਰ ਦਾ ਆਨਸਰ ਦਿਓ ਤੇ ਲਰਨਿੰਗ ਲਾਇਸੈਂਸ ਘਰੇ ਆ ਜਾਊਗਾ। ਬਿਲਕੁਲ, ਤੇ ਸੋਹਣੀ ਚੀਜ਼ ਆ। ਮਤਲਬ ਸਾਡਾ ਪੈਸਾ ਸਾਨੂੰ ਲੱਗੇ ਤੇ ਭਾਈ ਫਿਰ ਸਾਨੂੰ ਕੀ ਦੁੱਖੇ? ਫੈਸਿਲਿਟੀ ਆ, ਘਰ ਬੈਠਿਆਂ ਦੇ ਕੰਮ ਹੁੰਦੇ ਆ। ਮੈਂ ਉਹੀ ਸੋਚ ਰਿਹਾ ਸੀਗਾ ਵੀ ਕਿਰਾਂ ਇੱਕ ਬੰਨੇ, ਚਲੋ ਇਹ ਨਹੀਂ ਹੈਗਾ ਕਿ ਅਸੀਂ ਆਮ ਆਦਮੀ ਪਾਰਟੀ ਨੂੰ ਹਮੇਸ਼ਾ ਹੀ ਵਧਾਉਣ ਦੀ ਗੱਲ ਕਰਦੇ ਹਾਂ, ਪਰ ਇੱਕ ਬੰਨੇ ਤੁਸੀਂ ਲਾ ਲਓ ਕਿ ਹੱਥ ਖੜੇ ਕਰੀ ਜਾਂਦੀਆਂ ਨੇ। ਮਤਲਬ BJP ਹੋ ਗਈ, ਸ਼੍ਰੋਮਣੀ ਅਕਾਲੀ ਦਲ ਹੋ ਗਏ, ਕਾਂਗਰਸ ਵਾਲੇ ਜਿੰਨੇ ਵੀ ਬਚੇ ਆ, ਮੈਂ ਕਹੂੰਗਾ ਕਿਉਂਕਿ ਹੁਣ ਬਹੁਤੇ ਬੱਚੇ ਜਿੰਨੇ ਬਚੇ ਉਹ ਇਹ ਕਹੀ ਜਾਂਦੇ ਮਾਹੌਲ ਖਰਾਬ ਹੈ ਜੀ, ਇਹਨਾਂ ਤੋਂ ਸਰਕਾਰ ਨਹੀਂ ਚੱਲਣੀ। ਅਗਲੇ ਨਠਾਈ ਫਿਰਦੇ ਆ, ਕਦੀ ਇੱਧਰ ਕਹੀ ਜਾਂਦੇ, ਕਦੀ ਉੱਧਰ ਕਰੀ ਜਾਂਦੇ ਆ। ਹੁਣ ਸਮਝ ਨਹੀਂ ਆਉਂਦਾ ਵੀ ਕੀ ਕਹੀਏ ਤੇ ਕੀ ਨਾ ਕਹੀਏ। ਹਾਂ, ਸਰਕਾਰ ਸ਼ਾਇਦ ਉਵੇਂ ਨਹੀਂ ਚੱਲਣੀ ਜਿਵੇਂ ਇਹ ਚਲਾਉਂਦੇ ਰਹੇ ਨੇ, ਨਵੇਂ ਤਰੀਕੇ ਨਾਲ ਜ਼ਰੂਰ ਚੱਲਣੀ ਆ। ਉਹ ਇਹ ਇਸੇ ਤਰੀਕੇ ਨਾਲ ਚਲਾਉਂਦੇ ਸੀ ਭਾਈ ਵੀ ਪਹਿਲੇ ਮਹੀਨਿਆਂ 2 ਮਹੀਨੇ ਆਏ ਆਪਾਂ ਦੇਖਿਆ ਨੇ ਵੀ ਬੜੇ ਸਾਰੇ ਜਿਹੜੇ ਨੇ ਹੁਣ ਜਿੱਦਾਂ ਚਲਾਉਂਦੇ ਆਸ਼ੂਤੋਸ਼ ਹੋਣੀ, ਆਪਾਂ ਹੋਰ ਕਿਤੇ ਕੀ ਜਾਣਾ, ਫੂਡ ਐਂਡ ਸਪਲਾਈ ਮਿਨਿਸਟਰ ਦੀ ਗੱਲ ਕਰ ਲੈਂਦੇ ਪੰਜਾਬ ਦੇ। ਜੀ ਤੇ ਉਹ ਜੀ ਹੁਣ ਬਲੈਂਕਟ ਬਲਾਂ ਜਿਹੜੀ ਜ਼ਮਾਨਤ ਹੁੰਦੀ ਆ ਉਹ ਪਹਿਲਾਂ ਹੀ ਲੈਣ ਨੂੰ ਫਿਰਦੇ ਆ, ਕਹਿੰਦੇ ਜੀ ਘਪਲੇ ਬਹੁਤ ਆ ਜੀ। ਤੇ ਹੁਣ ਕਰੋੜਾਂ ਦੇ ਤੁਸੀਂ ਹੁਣ ਇਦਾਂ ਥੋੜੀ ਸਰਕਾਰਾਂ ਇਹ ਇਦਾਂ ਚਲਾਉਣਾ ਚਾਹੁੰਦੇ ਆ, ਉਹ ਅਗਲੇ ਹੁਣ ਹਿਸਾਬ ਨਾਲ ਚਲਾਉਣਾ ਚਾਹੁੰਦੇ ਆ। ਤੇ ਫਿਰ ਭਾਈ ਹੁਣ ਤਾਂ ਇਹਨਾਂ ਨੂੰ ਤਾਂ ਜੁਬੜੇ ਹੀ ਆ। ਬਿਲਕੁਲ, ਪਹਿਲਾਂ ਵੀ ਕੋਰਟ ਨੇ ਇਸ ਚੀਜ਼ ਦਾ ਲਿੱਤਾ ਹੈ ਪੁਆਇੰਟ ਕਿ ਬਲੈਂਕਟ ਬੇਲ ਕੀ ਹੋਇਆ ਬਈ। ਇਹ ਥੋੜਾ ਕਿ ਬੰਦਾ ਅੱਗੇ ਵੀ ਕੋਈ ਜੁਰਮ ਕਰੇਗਾ ਤੇ ਪਹਿਲਾਂ ਹੀ ਬੇਲ ਦੇ ਦਿਓ ਉਹਨੂੰ, ਇਦਾਂ ਤਾਂ ਨਹੀਂ ਹੋ ਸਕਦਾ ਨਾ, ਕਿਉਂਕਿ ਕੰਸੀਡਰੇਸ਼ਨ ਹੈ। ਬਲੈਂਕਟ ਬੇਲ ਨਵਾਂ ਹੀ ਇੱਕ ਟਰਮਨੋਲੋਜੀ ਲੈ ਕੇ ਆ ਗਏ। ਇਹ ਬਲੈਂਕਟ ਬੇਲ ਘੱਟ ਆ। ਇਹ ਮੈਨੂੰ ਲੱਗਦਾ ਹੈ ਕਿ ਇਹਨਾਂ ਨੂੰ ਕਿਹਾ ਵੀ ਅਸੀਂ ਬੀਇੰਗ ਅ ਮਿਨਿਸਟਰ, ਇੱਕ ਚੀਜ਼ ਹੁੰਦੀ ਹੈ ਵੀ ਤੁਹਾਨੂੰ ਇੰਟੀਮੇਟ ਦਿੱਤਾ ਜਾਵੇ 2 ਹਫ਼ਤਿਆਂ ਦਾ, 3 ਹਫ਼ਤਿਆਂ ਦਾ, ਤੁਹਾਨੂੰ ਅਰੈਸਟ ਤੋਂ ਪਹਿਲਾਂ, ਜਿਵੇਂ ਉਹ ਸੁਮੇਧ ਸਿੰਘ ਸੈਣੀ ਹੋਣਾ ਦਿੱਤਾ ਸੀਗਾ। ਵੈਸੇ ਇਹ ਵੀ ਡਰਾਮਾ ਹੀ ਆ। ਦੇਖੋ, ਗੁਨਾਹਗਾਰ ਹੈ ਇਹ, ਚਲੋ ਅੱਜ ਕੱਲ੍ਹ ਮਾਡਰਨ ਟਾਈਮ ਦੇ ਵਿੱਚ ਜੋ ਹੈ ਸੋ ਹੈ, ਲੇਕਿਨ ਸੰਵਿਧਾਨ ਦੇ ਮੁਤਾਬਿਕ ਜਿਸ ਨੇ ਵੀ ਗੁਨਾਹ ਕੀਤਾ ਹੈ, ਭਾਵੇਂ ਉਹ ਕਿਸੇ ਵੀ ਅਹੁਦੇ ਤੇ ਕਿਉਂ ਨਹੀਂ ਹੈਗਾ, ਉਹ ਕਾਨੂੰਨ ਦੀ ਨਜ਼ਰ 'ਚ ਗੁਨਾਹਗਾਰ ਹੈ, ਉਹਨੂੰ ਉਹਦਾ ਹੀ ਟ੍ਰਾਇਲ ਕੀਤਾ ਜਾਏਗਾ ਜਿਵੇਂ ਆਮ ਆਦਮੀ ਨੂੰ। ਪਰ ਮੈਨੂੰ ਲੱਗਦਾ ਵੀ ਇਹ ਕਾਨੂੰਨ ਨਾਲ ਗੜਬੜ ਵੀ ਬੜੀ ਛੇਤੀ ਕਰ ਲੈਂਦੇ ਇਹ। ਹੁਣ ਦੇਖ ਲਓ, ਇਹਨਾਂ ਨੇ ਇੰਨੇ ਕਰੋੜਾਂ ਦੇ ਘਪਲੇ, ਅਰਬਾਂ ਖਰਬਾਂ ਦੇ ਘਪਲੇ ਕੀਤੇ ਆ, ਤੇ ਤਾਂ ਇਹ ਪੈਂਦਾ ਵੀ ਸਾਨੂੰ ਅਰੈਸਟ ਕਰਨ ਤੋਂ ਪਹਿਲਾਂ 2 ਹਫ਼ਤੇ ਦੱਸੋ। ਤੁਸੀਂ ਮਹੱਲੇ ਸਾਡੇ ਲੜਾਈ ਹੋ ਜਾਵੇ ਤਾਂ ਤੁਹਾਡਾ ਜ਼ੋਰ ਚੱਲਦਾ ਹੋਵੇ ਤਾਂ ਮੈਨੂੰ ਰਾਤੋਂ ਰਾਤੀ ਚੱਕ ਕੇ ਲੈ ਜਾਣ। ਬਿਲਕੁਲ ਸਹੀ ਹੈ ਨਾ। ਤੇ ਉਹੀ ਗੱਲ ਕਿ ਅਮੀਰਾਂ ਦਾ ਰੱਬ ਵੱਖਰਾ ਤੇ ਗਰੀਬਾਂ ਦਾ ਵੱਖਰਾ, ਮੈਂ ਮਨਾਵਾਂ ਰੋਟੀ ਦੇ ਨਾਲ ਤੇ ਤੁਸੀਂ ਮਨਾਵੋ ਬਰਫੀ ਦੇ ਨਾਲ, ਹੈ ਨਾ। ਉਹ ਗੱਲ ਇਹ ਬਹੁਤ ਵੱਖਰਾ ਆ। ਬਿਲਕੁਲ, ਕਈ ਵਾਰ ਤਾਂ ਲੋਕ ਕਹਿੰਦੇ ਨੇ ਕਿ ਰੱਬ 2 ਨੇ, ਇੱਕ ਤਾਂ ਜਿਹੜਾ ਅਸਲ ਵਿੱਚ ਰੱਬ ਹੈਗਾ ਉਹ ਰੱਬ ਹੈ, ਇੱਕ ਰੱਬ ਉਹ ਹੈ ਜਿਹੜਾ ਤੁਸੀਂ ਬਣਾਇਆ ਹੋਇਆ, ਉਹ ਬਿਲਕੁਲ ਤੁਹਾਡੇ ਵਰਗਾ ਨਹੀਂ। ਮੈਂ ਇੱਥੇ ਵੈਸੇ ਰੱਬ ਦੀ ਗੱਲ, ਮਤਲਬ ਮੈਨੂੰ ਸੀਗਾ ਰੱਬ ਤਾਂ ਚਲੋ ਆਪਾਂ ਜੇ ਕਰੀਏ ਤਾਂ ਮੰਨੀਏ ਤੇ ਇੱਕ ਬਾਈ ਰੱਬ ਹੈ, ਇੱਕੋ ਹੀ ਹੈ। ਪਰ ਇਹ ਇੱਥੇ ਮੈਂ ਚੀਜ਼ ਤਾਂ ਇਹ ਗੱਲ ਕੀਤੀ ਆ ਵੀ ਇਹ ਲੋਕ ਉਹ ਹੁੰਦੇ ਨੇ ਕਿ ਇਹਨਾਂ ਨੇ ਮੋਟੀਆਂ ਰਕਮਾਂ ਚਾੜ ਦੇਣੀਆਂ ਕਿਸੇ ਬੰਦੇ ਨੂੰ, ਤੇ ਉਹ ਹੁਣ ਓਬਵੀਅਸ ਜਦੋਂ ਪ੍ਰੈਸ਼ਰ ਪੈਂਦਾ ਜਾਂ ਫਿਰ ਕਹਿ ਲਓ ਕਿ ਆਪਣਾ ਰਸੂਖ ਵਰਤ ਲੈਣਾ। ਹੁਣ ਜਿਹੜਾ ਮੇਰੇ ਤੁਹਾਡੇ ਵਰਗਾ ਉਹ ਵਿਚਾਰੇ ਨੇ ਤਾਂ ਕੀ ਕਰਨਾ, ਉਹਨੂੰ ਘਰੋਂ ਫਿਰ ਚੱਕ ਕੇ ਲੈ ਜਾਣਾ। ਉਹ ਮੈਂ ਤਾਂ ਹੁਣ ਉਦਾਹਰਨ ਉਹ ਤਾਂ ਦੇ ਦਿੱਤੀ ਵੀ ਦੇਖਿਆ ਅਸੀਂ ਛੋਟੇ ਹੁੰਦੇ ਸੀਗੇ ਤੇ ਘਰਾਂ ਦੇ ਵਿੱਚ ਹੁਣ ਜਿੱਦਾਂ ਬਰਫੀਆਂ, ਮੈਂ ਉਹਦਾ ਦੱਸਦਾ ਤੁਹਾਨੂੰ, ਦੋਨੇ ਚੀਜ਼ਾਂ ਕੰਪੇਅਰ ਕਰਕੇ ਦੱਸਦਾ। ਹੁਣ ਮੌਕਾ ਮਿਲਦਾ ਬੀਂਗ ਜਰਨਲਿਸਟ, ਤੁਸੀਂ ਹਰ ਜਗ੍ਹਾ ਦੇ ਉੱਤੇ ਜਾਂਦੇ ਆ ਨਾ। ਮੈਂ ਛੋਟੇ ਹੁੰਦੇ ਨਾ ਸਾਡੇ ਘਰਿਆਂ 'ਚ ਇਦਾਂ ਹੁੰਦਾ ਸੀ ਵੀ ਮਾਤਾ ਨੇ ਮਿੱਠੀ ਰੋਟੀ ਬਣਾਉਣੀ, ਮਿੱਠੀ ਰੋਟੀ ਨੂੰ ਜਿੱਦਾਂ ਵੀ ਕਿਤੇ ਭੋਗ ਲਵਾ ਦੇਣਾ ਤੇ ਉਹ ਮਿੱਠੀ ਰੋਟੀ ਸਾਨੂੰ ਦੇ ਦੇਣੀ ਵੀ ਆਹ ਲੈ ਲਓ, ਹੈ ਨਾ, ਵੀ ਮਿੱਠੀ ਰੋਟੀ ਗੁੜ ਪਾ ਕੇ ਰੋਟੀ ਬਣਾ ਦੇਣੀ। ਤੇ ਉਹ ਸਾਡੇ ਲਈ ਉਹ ਪ੍ਰਸ਼ਾਦ ਸੀਗਾ। ਬਿਲਕੁਲ ਸਹੀ ਹੈ ਨਾ। ਤੇ ਇੱਦਾਂ ਹੀ ਹੁਣ ਜਿਹੜੇ ਸਰਦੇ ਵਰਦੇ ਘਰਾਂ 'ਚ ਹੁੰਦਾ ਸੀ, ਉਹਨਾਂ ਦੇ ਵਿੱਚ ਤੁਸੀਂ ਦੇਖਿਆ ਵੀ ਖੀਰ, ਕੜਾਹ, ਬਰਫੀਆਂ, ਖੋਆ, ਉਹ ਚੜਾਇਆ ਜਾਂਦਾ ਤੇ ਫਿਰ ਉਹ ਵੰਡਿਆ ਜਾਂਦਾ। ਹੁਣ ਆਪੋ ਆਪਣਾ ਰਸੂਖ ਹੈ ਨਾ ਵੀ ਅਸੀਂ ਰੋਟੀ ਦੇ ਨਾਲ ਸਾਰਦੇ ਨੇ ਆ। ਚਲੋ ਮੈਂ ਨਹੀਂ ਕਹਿੰਦਾ ਵੀ ਹੁਣ ਅਸੀਂ ਰੋਟੀ ਨਾਲ ਸਾਰਦੇ, ਹੁਣ ਤਾਂ ਚਲੋ ਸਿਆਣੇ ਕਹਿੰਦੇ ਨੇ ਕਿ ਜਿਹੜਾ ਪਰਮਾਤਮਾ ਹੈ ਨਾ ਉਹ ਪਿਆਰ ਦਾ ਭੁੱਖ ਹੈ, ਪਰ ਇਹ ਚੀਜ਼ਾਂ ਦਾ ਭੁੱਖਾ ਨਹੀਂ। ਇਹ ਲਾਅ ਐਂਡ ਆਰਡਰ 'ਚ ਜਦੋਂ ਜਿਹੜੇ ਚਲਾਉਣ ਵਾਲੇ ਆ ਨਾ,
ਇਹ ਪਿਆਰ ਨਾਲ ਨਹੀਂ ਮੰਨਦੇ ਫਿਰ। ਬਿਲਕੁਲ ਪਿਆਰ ਨਾਲ ਨਹੀਂ ਮੰਨਦੇ, ਪਰ ਜਨਤਾ ਨੂੰ ਮਨਵਾਉਣਾ ਆਉਂਦਾ, ਜਨਤਾ ਮਨਵਾ ਲੈਂਦੀ ਜਦੋਂ ਮਨਵਾਉਣ ਤੇ ਆਉਂਦੀ ਆ। ਸੋ ਤੁਸੀਂ ਕਿਹਾ ਨਾ ਰੱਬ ਇੱਕੋ ਹੀ ਆ, ਬਾਕੀ ਆਪਾਂ ਬਾਬਾ ਨਾਨਕ ਦੀ ਧਰਤੀ ਤੇ ਰਹਿੰਦੇ ਹਾਂ, ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਇੱਕੋ ਹੀ ਨੂਰ ਤੋਂ ਸਭ ਜਗ ਉਪਜਿਆ। ਸੋ ਉਸ ਧਰਤੀ ਦੇ ਉੱਤੇ ਦੇਖੋ, ਹੁਣ ਜਿਹੜੀ ਆਪਾਂ ਜਲੰਧਰ ਦੀ ਗੱਲ ਕੀਤੀ ਹੈ, ਕੇਜਰੀਵਾਲ ਆ ਰਹੇ ਨੇ, ਭਗਵੰਤ ਮਾਨ ਨਾਲ ਹੋਣਗੇ। ਜਲੰਧਰ ਦੀ ਧਰਤੀ ਦੇ ਉੱਤੇ ਇੱਕ ਥਾਂ ਦੇ ਉੱਤੇ ਇਹ ਸਲੋਗਨ ਲਿਖੇ ਹੋਏ ਮਿਲੇ ਨੇ ਜੋ ਖਾਲਿਸਤਾਨ ਪੱਖੀ ਨੇ, ਖਾਲਿਸਤਾਨ ਜ਼ਿੰਦਾਬਾਦ ਲਿਖਿਆ ਹੋਇਆ ਮਿਲਿਆ। ਸੋ ਇਹਦੀ ਵੀ ਕਾਫੀ ਚਰਚਾ ਹੋ ਰਹੀ ਹੈ ਕਿ ਇਹ ਕੌਣ ਲੋਕ ਨੇ ਜੋ ਪੰਜਾਬ ਦਾ ਜਾਂ ਜਲੰਧਰ ਦਾ ਮਾਹੌਲ ਖਰਾਬ ਕਰਨ ਤੇ ਤੁਲੇ ਹੋਏ ਨੇ, ਕਿਉਂਕਿ ਐਸੀ ਕੋਈ ਗੱਲਬਾਤ ਹੀ ਨਹੀਂ ਹੈ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ, ਸਭ ਪਿਆਰ ਨਾਲ ਰਹਿਣੇ ਪਏ ਆ। ਇਹ ਕੌਣ ਲੋਕ ਨੇ ਜੋ ਖਾਸ ਤੌਰ ਤੇ ਇਸ ਗੱਲ ਦੇ ਵੱਲ ਤਵੱਜੋ ਦਿਵਾਉਣਾ ਚਾਹੁੰਦੇ ਨੇ, ਫੋਕਸ ਕਰਨਾ ਚਾਹੁੰਦੇ ਨੇ? ਦੇਖੋ ਆਮ ਬੰਦੇ ਤੋਂ ਤਾਂ ਕੋਈ ਵੇਲ ਨਹੀਂ ਹੈਗਾ। ਬਿਲਕੁਲ ਸਹੀ ਗੱਲ। ਜਾਂ ਤਾਂ ਫਿਰ ਇਹ ਬੰਦੇ ਉਹ ਹੁਣ ਦੇਖੋ, ਜਦੋਂ ਆਪਾਂ ਗੱਲ ਕਰਦੇ ਨਾ ਕਿ ਮਰਦਾ ਕੀ ਨਹੀਂ ਕਰਦਾ, ਅੱਕ ਚੱਬਦਾ। ਮੁੰਡੇ ਸਾਡੇ ਨਸ਼ਿਆਂ 'ਚ ਲੱਗ ਗਏ। ਮੈਂ ਸੰਦੀਪ ਕੇਕੜੇ ਦੀ ਸਟੇਟਮੈਂਟ ਹੀ ਸੁਣਦਾ ਸੀਗਾ, ਕੋਈ ਮੇਰਾ ਕਲੋਜ਼ ਜਰਨਲਿਸਟ ਫਰੈਂਡ ਹੈ, ਉਹ ਦੱਸਦਾ, ਕਹਿੰਦਾ ਬਾਈ ਉਹਦੇ ਨਾਲ ਗੱਲ ਕੀਤੀ ਆ ਤੇ ਉਹ ਕਹਿੰਦਾ ਕਿ ਮੈਨੂੰ ਨਹੀਂ ਸੀ ਪਤਾ ਵੀ ਸਿੱਧੂ ਮੂਸੇ ਵਾਲੇ ਨੂੰ ਕਤਲ ਕਰਨਾ ਹੈ। ਮੈਂ ਸੋਚਿਆ ਵੀ ਇਹ ਬੱਲੇ ਬੱਲੇ ਫੋਕੀ ਬੱਲੇ ਬੱਲੇ ਆ ਇਹਨਾਂ ਦੀ। ਅੱਗੇ ਵੀ ਕਹਿੰਦਾ ਵਧੀਆ ਨਹੀਂ, ਮੇਰੇ ਤੋਂ ਇੱਦਾਂ ਦੇ ਕੰਮ ਕਰਾਏ ਆ। ਤਾਂ ਕਹਿੰਦਾ ਵੀ ਮੈਂ ਤਾਂ ਨਸ਼ਾ ਪੱਕਾ ਕਰਦਾ ਆ। 15000 ਕੀ ਹੁੰਦਾ? 15000 ਰੁਪਏ ਕੁਝ ਵੀ ਨਹੀਂ ਹੁੰਦਾ ਅੱਜ ਦੇ ਜ਼ਮਾਨੇ 'ਚ। ਮਤਲਬ ਕਿਸੇ ਦੀ ਜਾਨ ਦਾ ਮੁੱਲ 15000 ਤਾਂ ਹੋ ਹੀ ਨਹੀਂ ਸਕਦਾ। ਉਹ ਕਹਿੰਦਾ ਮੈਂ 6-6000 4-4000 ਪਿੱਛੇ ਵੀ ਲੋਕਾਂ ਦੀ ਰੇਕੀ ਕੀਤੀ ਆ, ਮੈਨੂੰ ਨਸ਼ਾ ਚਾਹੀਦਾ ਸੀ। ਹੁਣ ਦੇਖੋ ਮਾਹੌਲ, ਇਹ ਜਿਹੜੇ ਲੋਕ ਆਪ ਤੇ ਕੈਨੇਡਾ ਅਮਰੀਕਾ ਬੈਠੇ ਆ, ਗੁਰਵੰਤ ਪੰਨੂ ਦੀ ਗੱਲ ਮੈਂ ਕਰ ਲਵਾਂ, ਆਪ ਤੁਸੀਂ ਫਲਾਨੀ ਜਗ੍ਹਾ ਬੈਠੇ ਹੋ ਜੀ, ਇੱਥੇ ਸਾਡੇ ਮੁੰਡੇ ਮਰਵਾਈ ਜਾਂਦੇ ਹੋ, ਇਹ ਕਿੱਥੋਂ ਕੁ ਦਾ ਸੱਚ ਵਾ ਜੀ? ਹੁਣ ਮੈਂ ਸੋਚਦਾ ਕਿ ਇਹਦੇ ਪਿੱਛੇ ਕੋਈ ਇਦਾਂ ਦਾ ਬੰਦਾ ਨਾ ਹੋਵੇ, ਹਾਇਰ ਕੀਤਾ ਹੋਵੇ ਜਿਹੜਾ ਵਿਚਾਰਾ ਨਸ਼ੇ ਦਾ ਆਦੀ ਹੋਵੇ, ਉਹਨੂੰ ਕਹੇ ਜੀ ਫਲਾਨੀ ਕੰਨ ਤੇ ਲਿਖ ਲਿਆ। ਕਿਉਂਕਿ ਫਰੀਦਕੋਟ ਵਿੱਚ ਦੇਖਿਆ ਸੀਗਾ, ਉਹ ਸੈਸ਼ਨ ਜੱਜ ਦੇ ਜਦੋਂ ਫੜਿਆ ਗਿਆ ਫਿਰ ਅੱਲਾ ਹਵਾਲੇ, ਨਾ ਫੜਿਆ ਗਿਆ ਤੇ ਫਿਰ ਉਹ ਕਸ਼ ਲਾ ਕੇ ਨਜ਼ਾਰਾ ਲੈ ਲੂਗਾ। ਉਹ ਇਹ ਲੋਕ ਜਿਹੜੇ ਆ ਨਾ, ਇਹ ਆਪ ਅੱਗੇ ਨਹੀਂ ਆਉਂਦੇ। ਇਹ ਸਾਡੇ ਨਿਆਣੇ, ਸਾਡੇ ਆਮ ਘਰਾਂ ਦੇ ਲੋਕਾਂ ਨੂੰ, ਆਮ ਮੁੰਡਿਆਂ ਨੂੰ ਟਾਰਗੇਟ ਕਰ ਲੈਂਦੇ ਆ, ਜਿਹੜੇ ਵਿਚਾਰੇ ਲੋੜ ਦੇ ਹੁੰਦੇ ਨੇ। ਕਹਿੰਦੇ ਨੇ ਕਿ ਲੋੜ ਦਾ ਕੋਈ ਮੁੱਲ ਨਹੀਂ। ਫਿਰ ਜਦੋਂ ਤੁਸੀਂ ਆਦੀ ਹੋ ਜਾਂਦੇ ਹੋ ਨਾ, ਫਿਰ ਤਾਂ ਤੁਸੀਂ ਆਪਦੀ ਮਾਂ ਦੇ ਵਿੱਚ ਪਿੜਾ ਮਾਰ ਕੇ ਪੈਸੇ ਖੋਣ ਨੂੰ ਫਿਰਦੇ ਆ। ਗੱਲ ਇਹ ਹੈ ਕਿ ਕਈ ਜੋ ਮਾਹਿਰ ਨੇ ਨਾ, ਇਹ ਮੰਨਦੇ ਨੇ ਕਿ ਜਿਹੜੇ ਆਪਾਂ ਕਹਿੰਦੇ ਆ ਨਾ ਕਿ ਫਲਾਣੇ ਗੈਂਗ ਨੇ ਧਮਕੀ ਦਿੱਤੀ, ਫਲਾਣੇ ਗੈਂਗ ਨੇ ਰਿਸਪੌਂਸਿਬਿਲਿਟੀ ਲਿੱਤੀ, ਜਾਂ ਜੋ ਵੀ ਇਦਾਂ ਦੀਆਂ ਗੱਲਾਂ ਹੁੰਦੀਆਂ ਨੇ, ਕਈ ਮਾਹਿਰ ਇਹ ਮੰਨਦੇ ਨੇ ਕਿ ਕੁਝ ਨਾ ਕੁਝ ਗੱਲਾਂ ਤੇ ਚਲੋ ਸੱਚ ਮੰਨ ਵੀ ਸਕਦੇ ਹਾਂ, ਲੇਕਿਨ ਕੁਝ ਗੱਲਾਂ ਐਸੀਆਂ ਵੀ ਹੁੰਦੀਆਂ ਨੇ ਕਿ ਪਿੱਛੇ ਆਪਰੇਟ ਕਰਨ ਵਾਲੇ ਕੋਈ ਹੋਰ ਹੁੰਦੇ ਨੇ। ਇਹਨਾਂ ਨੂੰ ਸਿਰਫ ਸਾਹਮਣੇ ਰੱਖਿਆ ਜਾਂਦਾ, ਸਿਰਫ ਇਹਨਾਂ ਦਾ ਨਾਂ ਇਸਤੇਮਾਲ ਕੀਤਾ ਜਾਂਦਾ। ਹੁਣ ਸਿੱਧੂ ਮੂਸੇਵਾਲਾ ਦੇ ਕਤਲ ਦੀ ਗੱਲ ਕਰ ਲਈਏ। ਹਾਂਜੀ ਸੰਜੀਵ ਜੀ, ਇਹਦੇ ਵਿੱਚ ਵੀ ਜਿਹੜੀ ਇੱਕ ਥਿਊਰੀ ਇਹ ਆਉਂਦੀ ਆ ਕਿ ਇਹ ਪੋਲੀਟੀਕਲ ਮਰਡਰ ਵੀ ਹੋ ਸਕਦਾ। ਠੀਕ ਹੈ, ਤੇ ਇਸ ਪੋਲੀਟੀਕਲ ਮਰਡਰ ਤੋਂ ਧਿਆਨ ਭਟਾਉਣ ਦੇ ਲਈ ਰਾਤੋਂ ਰਾਤ ਅਸੀਂ ਬੰਦੇ ਹਾਇਰ ਕਰ ਲੈਂਦੇ ਹਾਂ। ਉਹਨਾਂ ਨੂੰ ਫਰਕ ਨਹੀਂ ਪੈਂਦਾ, ਸਿਰਫ ਇਹ ਕਹਿਣਾ ਹੁੰਦਾ ਕਿ ਅਸੀਂ ਮਾਰਿਆ ਜੀ, ਤੇ ਕਰੋੜਾਂ ਰੁਪਏ ਕਾਨੂੰਨਾਂ ਦੇ ਵਿੱਚ ਪਹੁੰਚ ਜਾਣੇ ਆ, ਹਨਾ। ਤੁਸੀਂ ਦੇਖੋ, ਇਹ ਬਹੁਤ ਮੈਨੂੰ ਲੱਗਦਾ ਕਿ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਕੜੀਆਂ ਜੁੜਦੀਆਂ ਰਹਿੰਦੀਆਂ, ਅਸੀਂ ਬਹੁਤ ਡੀਪ ਡਾਊਨ ਹੋ ਗਏ ਆ। ਸ਼ਾਇਦ ਇਹੀ ਕਰਕੇ ਮੈਨੂੰ ਲੱਗਦਾ ਕਿ ਆਹ ਜਿਹੜੀ ਸਰਕਾਰ ਹੈ, ਇਹ ਅੱਖੀਂ ਨਹੀਂ ਪਾਉਂਦੀ ਉਹਨਾਂ ਟ੍ਰੈਡੀਸ਼ਨਲ ਪਾਰਟੀਆਂ ਨੂੰ, ਕਿਉਂਕਿ ਇਹਨਾਂ ਦਾ ਥੋੜਾ ਸੈੱਟ ਆਫ ਵਰਕਿੰਗ ਜਿਹੜਾ ਆ, ਵਰਕਿੰਗ ਸਟਾਈਲ ਡਿਫਰੈਂਟ ਆ, ਹਨਾ। ਔਰ ਹੋ ਸਕਦਾ ਕਿ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਕਿ ਪੋਲੀਟੀਕਲ ਮਰਡਰ ਹੋ ਸਕਦਾ, ਕੁਝ ਵੀ ਹੋ ਸਕਦਾ, ਪਰ ਇਨਵੈਸਟੀਗੇਸ਼ਨ ਆ, ਇਨਵੈਸਟੀਗੇਸ਼ਨ ਤੋਂ ਬਾਅਦ ਗੱਲ ਸਾਹਮਣੇ ਆਊਗੀ। ਦੂਜੀ ਗੱਲ ਇਹ ਵੀ ਕਹੀ ਜਾਂਦੀ ਹੈ ਕਿ ਇਨਵੈਸਟੀਗੇਸ਼ਨ ਵੀ ਤਾਂ ਇਹਨਾਂ ਦੀ ਏਜੰਸੀਆਂ ਕਰਦੀਆਂ ਨੇ, ਪਰ ਤੁਸੀਂ ਉਹੀ ਗੱਲ ਔਰ ਕਿੱਦਾਂ ਦਾ ਰਿਜ਼ਲਟ ਸਾਹਮਣੇ ਲੈ ਕੇ ਆਉਣੀਆਂ ਚਾਹੁੰਦੀਆਂ ਨੇ, ਇਹ ਸ਼ਾਇਦ ਪਹਿਲਾਂ ਹੀ ਡਿਸਾਈਡ ਕੀਤਾ ਹੋਵੇ। ਕੁਝ ਐਕਸਪਰਟਸ ਇਹ ਵੀ ਮੰਨਦੇ ਨੇ। ਤੁਸੀਂ ਦੇਖੋ ਨਾ, ਇਨਵੈਸਟੀਗੇਸ਼ਨ ਵੀ ਤਾਂ ਕੀ ਕਹੋਗੇ? ਇਨਵੈਸਟੀਗੇਸ਼ਨ ਇੱਕ ਰਾਹ ਤੁਰ ਪਈ ਹੈ ਨਾ, ਜਿੱਦਾਂ ਦਾ ਸਟੇਟਮੈਂਟ ਆਈ ਗੋਲਡੀ ਬਰਾੜ ਦੀ, ਸਚਿਨ ਲਾਰੈਂਸ ਬਿਸ਼ਨੋਈ ਨੇ ਕਹਿਤਾ, ਸਚਿਨ ਬਿਸ਼ਨੋਈ ਦਾ ਕਬੂਲਨਾਮਾ ਆ ਗਿਆ। ਹੁਣ ਉਸ ਤੋਂ ਪਰਾਂ ਕਿਉਂ ਲੋਕ ਹਟ ਜਾਣ? ਦੇਖੋ, ਜਦ ਤੁਹਾਨੂੰ ਇੱਕ ਟਰੈਕ ਮਿਲ ਗਿਆ, ਡਿਫਰੈਂਟ ਟਰੈਕ ਤੇ ਜਾਣ ਦੀ ਕੋਸ਼ਿਸ਼ ਕੌਣ ਕਰੂਗਾ? ਜੇ ਕੋਈ ਜਾਊਗਾ ਵੀ ਤਾਂ ਤੁਹਾਨੂੰ ਪਤਾ ਹੀ ਆ ਵੀ ਰਾਤੋਂ ਰਾਤ ਫਿਰ ਗੱਡੀਆਂ ਪਲਟ ਜਾਂਦੀਆਂ ਹੁੰਦੀਆਂ, ਹਨਾ। ਇੱਕ ਥਾਂ ਤੋਂ ਦੂਸਰੀ ਥਾਂ ਤੇ ਗੈਂਗਸਟਰ ਸ਼ਿਫਟ ਕਰਨ ਲੱਗੇ, ਯੂਪੀ ਵਾਂਗੂ। ਇੱਥੇ ਵੀ ਇਦਾਂ ਹੀ ਹੋਇਆ, ਸੁੱਖਾ ਕਾਲਮਾ ਦੀ ਕੱਲ ਅਸੀਂ ਗੱਲ ਕਰਦੇ ਸੀਗੇ ਕਿ ਪੁਲਿਸ ਜਾ ਕੇ ਜਾਣ ਡਈ, ਉਹਨਾਂ ਤੋਂ ਖੋਹ ਕੇ ਤਾਂ ਮਾਰ ਦਿੱਤਾ ਗੈਂਗਸਟਰਾਂ ਨੇ। ਕਿੱਡੀ ਮਤਲਬ ਬੱਲੇ ਬੱਲੇ ਆ। ਇਸ ਕਰਕੇ ਜਿਹੜਾ ਸੱਚ ਪੁੱਛਦਾ ਨਾ, ਉਹ ਸੱਚ ਪੁੱਛਣ ਜੋਗਾ ਹੀ ਨਹੀਂ ਰਹਿੰਦਾ। ਜਿਹੜਾ ਹੁਣ ਡਿਫਰੈਂਟ ਟਰੈਕ ਲੱਭੂਗਾ, ਉਹਨੇ ਕਿਉਂ ਜੀ ਲੱਭਣਾ? ਬਿਲਕੁਲ ਸਹੀ ਗੱਲ ਹੈ। ਹੁਣ ਇੰਨਾ ਪੜ੍ਹ ਲਿਖ ਕੇ ਕੋਈ IAPS ਲੱਗਦਾ, IAS ਲੱਗਦਾ ਆ, ਅਗਲੇ ਨੂੰ ਕੀ? ਅਗਲੇ ਨੇ ਆਪਣੇ ਨਿਆਣੇ ਸਾਂਭਣੇ ਆ, ਹਨਾ। ਅਗਲਾ ਇਹ ਤਾਂ ਕਹਿੰਦੇ ਨਾ, ਜੋ ਤੁਹਾਡੇ ਜੇ ਰੈਵੋਲੂਸ਼ਨ ਹੋਵੇ ਤਾਂ ਤੁਸੀਂ ਮੱਥੇ ਤੇ ਕਫਨ ਬੰਨ੍ਹ ਕੇ ਤੁਰਦੇ ਆ। ਉਹ ਇਕੱਲੇ ਤੁਸੀਂ ਨਹੀਂ ਬੰਨਿਆ ਹੁੰਦਾ ਫਿਰ ਕਫਨ, ਉਹ ਪਿਛਲੇ ਜਿਹੜੇ ਤੁਹਾਡੇ ਬੈਠੇ ਹੁੰਦੇ ਨਾ, ਤੇ ਉਹ ਵੀ ਉਹਨਾਂ ਦੇ ਉੱਤੇ ਵੀ ਬੰਨਿਆ ਹੁੰਦਾ। ਰਾਤੋਂ ਰਾਤ ਪੂਰਾ ਪਰਿਵਾਰ ਗੋਲੀਆਂ ਨਾਲ ਮਰਵਾ ਦਿੰਦੇ ਲੋਕੀ। ਬਿਲਕੁਲ ਹੁੰਦਾ ਹੈ। ਔਰ ਆਮ ਤੌਰ ਤੇ ਗੱਲ ਕਹੀ ਜਾਂਦੀ ਹੈ ਕਿ ਭਗਤ ਸਿੰਘ ਸਭ ਨੂੰ ਪਸੰਦ ਹੈ, ਪਰ ਸਾਡੇ ਘਰ ਨਾ ਜੰਮੇ। ਕਹਿੰਦੇ ਜੀ ਜੰਮੇ ਗਵਾਂਢੀਆਂ ਦੇ। ਬਿਲਕੁਲ, ਭਗਤ ਸਿੰਘ ਹੋਵੇ ਪਰ ਜੰਮੇ ਗਵਾਂਢੀਆਂ ਦੇ, ਵੀ ਸਾਡਾ ਮੁੰਡਾ ਭਗਤ ਸਿੰਘ ਨਾ ਹੋਵੇ। ਅੱਛਾ, ਮੈਨੂੰ ਇਹ ਨਹੀਂ ਸਮਝ ਆਉਂਦੀ ਅਸੀਂ ਇਹ ਕਿਉਂ ਸਿਖਾਉਂਦੇ ਆ। ਮੈਂ ਥੋੜੇ ਦਿਨ ਪਹਿਲੇ ਮੈਂ ਨਾ ਉਹ ਫਿਲਮ ਦੇਖਦਾ ਸੀ ਨੀਰਜਾ।
ਉਹ ਐਂਡ ਤੇ ਉਹ ਸੋਨਮ ਕਪੂਰ ਉਹ ਡਾਇਲੌਗ ਬੋਲਦੀ ਆ, ਕਹਿੰਦੀ ਵੀ ਮਾਂ ਮੇਰੀ ਨੇ ਮੈਨੂੰ ਸਿਖਾਇਆ ਸੀਗਾ ਵੀ ਕੁਝ ਵੀ ਹੁੰਦਾ ਨਾ ਵੀ 에ਅਰਲਾਈਨ ਦੌਰਾਨ ਕੋਈ ਗੜਬੜ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਬਚਾਉਣਾ ਆ। ਕੋਈ ਦੁਨੀਆ ਮਰਦੀ ਮਰੇ, ਤੇ ਕਹਿੰਦੀ ਪਤਾ ਨਹੀਂ ਮੇਰੇ ਤੋਂ ਤਾਂ ਰਿਹਾ ਹੀ ਨਹੀਂ ਹੋਇਆ, ਉਹ ਆਪ ਮਰ ਗਈ ਤੇ ਸਾਰਿਆਂ ਨੂੰ ਬਚਾ ਗਿਆ ਫਲਾਈਟ 'ਚ ਜਿੰਨੇ ਵੀ ਲੋਕੀ ਸੀਗੇ। ਬਿਲਕੁਲ ਸਹੀ ਹਨਾ। ਹੁਣ ਸਾਨੂੰ ਵੀ ਸਾਡੀਆਂ ਮਾਵਾਂ ਇਹੀ ਕਹਿੰਦੀਆਂ, ਕਿਉਂਕਿ ਉਹਨਾਂ ਦੇ ਜੇਰੇ ਇਦਾਂ ਦੇ ਹੁੰਦੇ ਵੀ ਮੇਰੇ ਪੁੱਤ ਨੂੰ ਤੱਤੀ ਵਾਹ ਨਾ ਲੱਗੇ, ਹਨਾ। ਆਪਾਂ ਨੂੰ ਵੀ ਕਹੀ ਕਹਿੰਦੇ ਵੀ ਤੁਸੀਂ ਪਹਿਲਾਂ ਸਾਡਾ ਵੀ ਕੇਰ ਦਿਲ ਕਰਦਾ ਅਸੀਂ ਲੁਕ ਜਾਈਏ ਭਰਾਵਾ, ਇਹ ਬਚਦਾ ਤਾਂ ਬਚ ਜਾਵੇ ਗੋਲੀ ਨਾਲ, ਹਨਾ। ਸੋ ਇਹ ਗੱਲਾਂ ਜਿਹੜੀਆਂ ਨੇ ਨਾ, ਕਿਉਂਕਿ ਜੇ ਅਸੀਂ ਰੈਵੋਲੂਸ਼ਨ ਲਿਆਉਣਾ ਹੈ ਨਾ ਤੇ ਇਕੱਠੇ ਉੱਡਣਾ ਪੈਣਾ ਹੈ। ਸਹੀ ਗੱਲ ਹੈ। ਇੱਕ ਉਹ ਕਹਾਣੀ ਛੋਟੇ ਹੁੰਦੇ ਸ਼ਾਇਦ ਤੁਸੀਂ ਵੀ ਸੁਣੀ ਹੋਣੀ ਆ ਵੀ ਕਬੂਤਰ ਜਿਹੜੇ ਸੀਗੇ ਸ਼ਿਕਾਰ ਕਰਦੇ ਹੁੰਦੇ ਸੀ ਉਹਨਾਂ ਦਾ, ਤੇ ਉਹ ਇੱਕ ਇੱਕ ਕਰਕੇ ਸ਼ਿਕਾਰ ਹੋਈ ਜਾਂਦੇ ਸੀਗੇ। ਤੇ ਉਹ ਕਹਿੰਦੇ ਵੀ ਇਹ ਹੁਣ ਇੱਕ ਬੁੱਢਾ ਕਬੂਤਰ ਕਹਿੰਦਾ ਵੀ ਦੇਖ ਇਦਾਂ ਤਾਂ ਆਪਾਂ ਇਕੱਲੇ ਇਕੱਲੇ ਰਵਾਂਗੇ ਤਾਂ ਭੁੱਖੇ ਵੀ ਮਰ ਜਾਵਾਂਗੇ ਇੱਕ ਜਗ੍ਹਾ ਤੇ, ਕਿਉਂਕਿ ਉਹ ਦਾਣੇ ਸਿੱਟ ਦਿੰਦੇ ਸੀ, ਦਾਣਾ ਉੱਥੇ ਸਿੱਟਦੇ ਸੀ ਜਿੱਥੇ ਉਹਨਾਂ ਨੇ ਜਾਲ ਪਾਇਆ ਹੁੰਦਾ ਸੀ। ਬਿਲਕੁਲ ਸਹੀ ਗੱਲ। ਤੇ ਉੱਥੋਂ ਹੌਲੀ ਹੌਲੀ ਫਿਰ ਲੋਕੀ ਸਮਝਦਾਰ ਹੋ ਗਏ ਕਬੂਤਰ ਤੇ ਜਾਣਾ ਹਟ ਗਏ। ਫਿਰ ਸਿਆਣਾ ਕਬੂਤਰ ਕਹਿੰਦਾ ਵੀ ਇਦਾਂ ਤਾਂ ਆਪਣੀ ਜਾਨ ਖਤਮ ਰਿਸ ਜਾ, ਕਿਉਂਕਿ ਨਾ ਜਾਂ ਤਾਂ ਆਪਾਂ ਭੁੱਖ ਨਾ ਮਰ ਜਾਾਂਗੇ ਜਾਂ ਫਿਰ ਇਹ ਉੱਦਾਂ ਮਾਰ ਦੇਣਗੇ ਜੇ ਦਾਣਾ ਚੁਗਣਗੇ। ਇਦਾਂ ਕਰਦੇ ਸਾਰੇ ਇਕੱਠੇ ਜਾਂਦੇ ਆ, ਦਾਣਾ ਚੁਗਣ ਲੱਗ ਪਏ। ਤੇ ਉਹ ਕਹਿੰਦੇ ਵੀ ਜਦੋਂ ਸ਼ਿਕੰਜਾ ਪਿਆ ਆ, ਫਿਰ ਬੁੱਢਾ ਕਬੂਤਰ ਨੂੰ ਕਹਿੰਦੇ ਵੀ ਹੁਣ ਕੀ ਕਰੀਏ, ਤੂੰ ਤਾਂ ਕਹਿੰਦਾ ਸੀ ਵੀ ਆਪਾਂ ਬਚ ਜਾਵਾਂਗੇ, ਹੁਣ ਤਾਂ ਸ਼ਿਕੰਜਾ ਪੈ ਗਿਆ। ਉਹ ਕਹਿੰਦੇ ਵੀ ਇੰਨੇ ਜਣੇ ਹੈਗੇ ਆ, ਆਪਾਂ ਮਾੜਾ ਮਾੜਾ ਵੀ ਜ਼ੋਰ ਲਾਇਆ ਤਾਂ ਆਪਾਂ ਜਾਲ ਸਣੇ ਉੱਡ ਜਾਣਾ। ਸੋ ਇਹ ਆ ਕਿ ਜੇ ਉੱਡਣਾ ਆ ਤਾਂ ਇਕੱਠੇ ਉੱਡਣਾ ਪੈਣਾ ਆ। ਕਿਸਾਨੀ ਅੰਦੋਲਨ ਦੀ ਬਹੁਤ ਵੱਡੀ ਉਦਾਹਰਣ ਆ। ਹਾਲਾਂਕਿ ਇਹ ਇਕੱਠੇ ਹੀ ਹੋਣਾ ਸਭ ਤੋਂ ਵੱਡਾ ਚੈਲੰਜ ਆ ਮੈਨੂੰ ਲੱਗਦਾ, ਹਨਾ। ਬਿਲਕੁਲ, ਕਿਉਂਕਿ ਗੱਲ ਇਹ ਹੁੰਦੀ ਹੈ ਕਿ ਸੋਚ ਸਭ ਦੀ ਵੱਖਰੀ ਹੁੰਦੀ ਹੈ, ਪਰ ਜਦੋਂ ਇੱਕ ਮੁੱਦਾ ਮਿਲ ਜਾਵੇ ਨਾ, ਉਹ ਮੁੱਦੇ ਕਰਕੇ ਸਾਰੇ ਇਕੱਠੇ ਹੋ ਜਾਂਦੇ ਨੇ। ਜਿਵੇਂ ਹੁਣ ਆਜ਼ਾਦੀ ਦੀ ਲੜਾਈ ਆਪਾਂ ਕੀਤੀ ਹੈ ਅੰਗਰੇਜ਼ਾਂ ਦੇ ਖਿਲਾਫ, ਇਕੱਠੇ ਹੋ ਕੇ ਲੜੀ ਆ ਜੀ, ਇਕੱਠੇ ਹੋ ਕੇ ਲੜੀ। ਵਿਚਾਰ ਸਭ ਦੇ ਅਲੱਗ ਸੀ, ਕੋਈ ਨਰਮ ਦਲ ਹੈ, ਕੋਈ ਗਰਮ ਦਲ ਹੈ, ਵਿਚਾਰ ਭਾਵੇਂ ਨਹੀਂ ਮਿਲਦੇ ਸੀ, ਪਰ ਮੁੱਦਾ ਇੱਕ ਸੀ। ਮੁੱਦੇ ਨੇ ਇਕੱਠਾ ਕੀਤਾ। ਹੁਣ ਅੱਜ ਵੀ ਮੁੱਦਾ ਇੱਕੋ ਹੀ ਹੈ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ। ਇਸ ਮੁੱਦੇ ਤੇ ਸਾਰੇ ਇਕੱਠੇ ਹੋ ਸਕਦੇ ਨੇ। ਪਰ ਪਤਾ ਗੱਲ ਕੀ ਆ, ਉਹੀ ਮੁੱਦਾ ਸਾਨੂੰ ਸਾਰਿਆਂ ਨੂੰ ਦੀਦਾ ਆ, ਇਸ ਕਰਕੇ ਸ਼ਾਇਦ ਅਸੀਂ ਆਪ ਆਦਮੀ ਪਾਰਟੀ ਨੂੰ ਚੁਣ ਵੀ ਲਿਆ ਸੀ, ਇਕੱਠ ਵੀ ਹੋ ਗਏ ਆ। ਅਸੀਂ ਨਾ ਯਕੀਨ ਨਹੀਂ ਕਰਦੇ ਇੱਕ ਦੂਸਰੇ ਤੇ। ਸਾਨੂੰ ਲੱਗਦਾ ਕਿ ਕੋਈ ਜਾਦੂ ਦੀ ਛੜੀ ਲਿਆਵੇ ਤੇ ਦਿਨਾਂ ਦੇ ਵਿੱਚ ਹਾਲਾਤ ਬਦਲ ਦੇਵੇ। ਉਹ ਇਹਨਾਂ ਨੇ ਜਿਹਨਾਂ ਨੇ 70-75 ਸਾਲ ਮਾਹੌਲ ਖਰਾਬ ਕੀਤਾ ਆ, ਜਾਂਦੇ ਵਾਰੀ ਫਾਈਲਾਂ ਇੱਦਾਂ ਦੀਆਂ ਸੈਂਕਸ਼ਨ ਕਰਕੇ ਜਿਨ੍ਹਾਂ ਦੇ ਉੱਤੇ ਮੋਹਰ ਵੀ ਨਹੀਂ ਲਾਈ ਹੋਈ, ਤੇ ਕਰੋੜਾਂ ਦਾ ਘਪਲਾ ਆ, ਕਰੋੜਾਂ ਦੀ ਜ਼ਮੀਨਾਂ। ਅਲਫਾ ਜ਼ਮੀਨ ਦੀ ਗੱਲ ਕਰ ਲਿਆ ਅਸੀਂ, ਤ੍ਰਿਪਤ ਚੰਦਰ ਬਾਜਵਾ ਹੋਣਾ ਦੀ ਗੱਲ ਕਰਦੇ ਹਾਂ, ਕੱਲ ਸੱਤੀ ਸਾਹਿਬ ਵੀ ਗੱਲ ਕਰਨ ਡੇ ਸੀਗੇ। ਉਹ ਇਦਾਂ ਦੇ ਆ, ਉਹਨਾਂ ਨੂੰ ਪਤਾ ਸੀਗਾ ਕਿ ਪੁਰਾਣੀਆਂ ਪਾਰਟੀਆਂ ਤਾਂ ਇਦਾਂ ਹੁੰਦੀਆਂ ਸੀ ਵੀ ਜਿਹੜਾ ਅਸੀਂ ਥੋੜਾ ਬਹੁਤਾ ਕੰਮ ਕੀਤਾ ਸੀ ਸੈਟਲਮੈਂਟ ਹੋ ਜਾਂਦੀ ਸੀ। ਹੁਣ ਇਹ ਸੈਟਲਮੈਂਟ ਨਹੀਂ ਕਰਨ ਡੇ, ਕਿਉਂਕਿ ਅਗਲੀ ਵਾਰੀ ਨੂੰ ਫਿਰ ਅਸੀਂ ਆਉਣਾ ਸੀਗਾ। ਇਹ ਤੀਸਰਾ ਪਲੇਅਰ ਜਦੋਂ ਕਰਿਆਨੇ ਦੀ ਦੁਕਾਨ ਨਾਲ ਖੋਲ੍ਹ ਲਵੇ ਨਾ, ਫਿਰ ਦੋਨਾਂ ਦੁਕਾਨਾਂ ਵਾਲਿਆਂ ਨੂੰ ਅੱਗ ਲੱਗ ਜਾਂਦੀ ਹੈ ਵੀ ਨਹੀਂ ਭਾਈ ਇਹਦੀ ਆਪਣੀ ਚੱਲੇ ਨਾ ਚੱਲੇ, ਇਹਦੀ ਨਹੀਂ ਚੱਲਣ ਦੇਣੀ, ਇਹਦੀ ਬੰਦ ਕਰਵਾਉਣੀ ਆ। 75 ਸਾਲ ਹੋ ਗਏ ਨੇ ਨਾ ਇੱਕੋ ਟਰੈਕ ਤੇ ਚੱਲਦਾ। ਇੱਕੋ ਟਰੈਕ ਪਤਾ ਹੀ ਸੀਗਾ ਵੀ ਕਿੰਨੇ ਸਾਲ ਹੋਰ ਰਹਿ ਲੈਣਗੇ, 2 ਸਾਲ ਰਹਿ ਲੈਣਗੇ। ਹੁਣ ਇਹ ਟਰੈਕ ਚੇਂਜ ਕਰਨ ਦੀ ਕੋਸ਼ਿਸ਼ ਕਰਦੇ ਪਏ, ਹੁਣ ਜ਼ੋਰ ਤਾਂ ਲੱਗਣਾ ਹੈ। ਹੁਣ ਇਹਨਾਂ ਨੂੰ ਇਹ ਡਰ ਆ ਸੰਜੀਵ ਜੀ ਕਿ ਵੀ ਹੁਣ ਸਪੋਜ਼ ਕਰੋ 2 ਸਾਲ ਹੋ ਗਏ ਸ਼੍ਰੋਮਣੀ ਅਕਾਲੀ ਦਲ ਮੰਨਫੀ ਆ, ਬਿਲਕੁਲ, ਹੈ ਨਾ। ਤੀਸਰੀ ਵਾਰ ਫਿਰ ਕਿਤੇ ਚੰਗਾ ਕੰਮ ਕਰਕੇ ਤਾਂ ਆਪ ਆ ਗਏ। 3 ਸਾਲਾਂ ਤੋਂ ਇੱਕ ਪੋਲੀਟੀਕਲ ਪਾਰਟੀ ਮੇਨ ਸਟ੍ਰੀਮ ਸੱਤਾ ਤੋਂ ਮੰਨਫੀ ਹੋ ਜਾਵੇ, ਉਹਨਾਂ ਦੇ ਸੁਪਰੀਮੋ ਨੂੰ ਜਿਹੜਾ ਆ ਉੱਥੇ ਕੁਝ ਨਾ ਮਿਲੇ, ਫਿਰ ਡਰ ਤੇ ਹੁੰਦਾ ਵੀ, ਕਿਉਂਕਿ 3 ਸਾਲ ਬਾਅਦ ਤੇ ਲੋਕੀ ਜਾਣਦੇ ਨਹੀਂਗੇ। ਸਹੀ ਗੱਲ ਹੈ। ਮੈਂ ਨਾ ਇੱਕ ਵਾਰੀ ਕਲਪਨਾ ਕਰਨ ਬਹਿ ਜਾਂਦਾ ਹੁੰਦਾ ਕਿ ਜਦੋਂ ਅਸੀਂ ਭਗਤ ਸਿੰਘ ਦੀ ਗੱਲ ਕਰਦੇ ਹਾਂ, ਅਸੀਂ ਕਿਹਾ ਨਾ ਕਿ ਗੁਆਂਢੀਆਂ ਦੇ ਘਰ ਪੈਦਾ ਹੋਵੇ ਤੇ ਆਪਣੇ ਬੱਚਿਆਂ ਨੂੰ ਸੇਫ ਕਰ ਲਈਏ, ਤੇ ਇਕੱਠੇ ਮਿਲ ਕੇ ਕ੍ਰਾਂਤੀ ਕਰੋ, ਇਕੱਠੇ ਮਿਲ ਕੇ ਰੈਵੋਲੂਸ਼ਨ ਕਰੋ, ਤਾਂ ਉਹਦੇ 'ਚ ਸਭ ਸੇਫ ਰਹਿਣਗੇ ਔਰ ਸਭ ਦੀ ਜਾਨ ਖਤਰੇ ਤੋਂ ਬਾਹਰ ਰਹੇਗੀ। ਔਰ ਸਭ ਜੋ ਅੱਜ ਦੇ ਸਮੇਂ ਦੀ ਜ਼ਰੂਰਤ ਹੈ, ਕਿਉਂਕਿ ਜਦੋਂ ਆਪਾਂ ਭਗਤ ਸਿੰਘ ਨੂੰ ਸਾਹਮਣੇ ਰੱਖਦੇ ਹਾਂ, ਝੁੰਡ ਬਣਾ ਕੇ ਚੱਲੋ। ਔਰ ਭਗਤ ਸਿੰਘ ਹੁਣੀ ਦੇਖੋ ਇਕੱਲੇ ਹੀ ਔਰ ਨਾਲ ਆਪਣੇ ਸਾਥੀਆਂ ਦੇ ਗ੍ਰਿਫਤਾਰ ਹੁੰਦੇ ਨੇ। ਉਸ ਤੋਂ ਬਾਅਦ ਟਰਾਇਲ ਹੁੰਦਾ, ਪਹਿਲਾਂ ਹੀ ਪਤਾ ਹੈ ਕਿ ਫੈਸਲਾ ਕੀ ਹੋਣਾ, ਫਾਂਸੀ ਹੋਣੀ ਹੈ। ਬਾਕੀ ਸਾਰੇ ਗਵਾਹ ਤੇ ਸਬੂਤ ਉਸੇ ਦਿਸ਼ਾ 'ਚ ਲੈ ਕੇ ਜਾਣੇ ਨੇ ਬ੍ਰਿਟਿਸ਼ ਗਵਰਨਮੈਂਟ ਨੇ ਕਿ ਸਾਨੂੰ ਫਾਂਸੀ ਫਾਈਨਲ ਹੈ। ਜਦੋਂ ਅਰੈਸਟ ਹੋਏ ਨੇ ਉਦੋਂ ਹੀ ਫਾਂਸੀ ਫਾਈਨਲ ਹੈ, ਜਦੋਂ ਅਰੈਸਟ ਹੋਣ ਚੱਲੇ ਨੇ ਉਦੋਂ ਹੀ ਫਾਂਸੀ ਫਾਈਨਲ ਹੈ। ਇਹ ਸਭ ਕੁਝ ਪਲਾਨਡ ਆ ਕਿ ਮੈਨੂੰ ਪਤਾ ਮੈਨੂੰ ਅਰੈਸਟ ਕਰਨਾ, ਮੈਨੂੰ ਪਤਾ ਮੈਨੂੰ ਫਾਂਸੀ ਹੋਣੀ ਹੈ, ਪਰ ਉਹ ਜਿਹੜਾ ਟਾਈਮ ਮਿਲੇਗਾ ਨਾ, ਮੈਂ ਆਪਣੇ ਵਿਚਾਰ ਲੋਕਾਂ ਤੱਕ ਪਹੁੰਚਾਵਾਂਗਾ, ਕਿਉਂਕਿ ਕੋਰਟ ਕੇਸ ਦੇ ਦੌਰਾਨ ਪ੍ਰੈਸ ਉੱਥੇ ਆਉਂਦੀ ਹੈ ਤੇ ਪ੍ਰੈਸ ਦੇ ਜ਼ਰੀਏ ਮੇਰੇ ਵਿਚਾਰ ਪਹੁੰਚਣਗੇ। ਔਰ ਉਹ ਹੋਇਆ, ਬੜੀ ਪਿਆਰੀ ਪਲੈਨਿੰਗ ਨਾਲ ਚੱਲੇ ਨੇ ਭਗਤ ਸਿੰਘ। ਔਰ ਨੈਚੁਰਲੀ ਜਦੋਂ ਫਾਂਸੀ ਹੁੰਦੀ ਹੈ, ਹੁਣ ਫਾਂਸੀ ਦੇ ਤਖਤੇ ਤੇ ਜਦੋਂ ਮੈਂ ਕਲਪਨਾ ਕਰਦਾ ਕਈ ਵਾਰ ਕਿ ਕਿੱਦਾਂ ਇੱਕ ਬੰਦੇ ਨੂੰ ਹੱਥ ਪੈਰ ਬੰਨ੍ਹ ਕੇ ਤੇ ਗਲੇ 'ਚ ਰੱਸਾ ਪਾ ਕੇ ਇੱਕ ਝਟਕੇ ਦੇ ਨਾਲ ਖੂਹ ਦੇ ਵਿੱਚ ਲਟਕਾ ਦਿੱਤਾ ਜਾਂਦਾ, ਔਰ ਉਹ ਜਾਨ ਆਸਾਨੀ ਨਾਲ ਨਿਕਲਦੀ ਨਹੀਂ ਹੁੰਦੀ। ਉਹ ਕਿੱਦਾਂ ਜਾਨ ਨਿਕਲੀ ਹੋਏਗੀ ਭਗਤ ਸਿੰਘ ਦੀ ਤੇ ਉਹਨਾਂ ਦੇ ਸਾਥੀਆਂ ਦੀ, ਔਰ ਹੋਰ ਵੀ ਜਿਹੜੇ ਫਾਂਸੀਆਂ ਦੇ ਜਿਹੜੇ ਨੇ ਉਹਨਾਂ ਦੀ ਜਾਨ ਕਿਵੇਂ ਨਿਕਲੀ ਹੋਏਗੀ ਕਿ ਪੂਰੀ ਤੁਹਾਡੇ ਸਰੀਰ ਦਾ ਜਿਹੜਾ ਵੇਟ ਹੈ, ਜਿਹੜਾ ਭਾਰ ਹੈ, ਉਹ ਤੁਹਾਡੀ ਗਰਦਨ ਦੇ ਉੱਤੇ ਆ, ਔਰ ਇੱਥੇ ਇੱਕ ਰੱਸਾ ਬਣਿਆ, ਤੁਸੀਂ ਇੱਥੇ ਲਟਕਣ ਡਏ ਹੋ। ਔਰ ਆਰਡਰਸ ਹੋਏ ਨੇ ਕਿ ਜਦੋਂ ਤੱਕ ਜਾਨ ਨਾ ਨਿਕਲ ਜਾਏ ਇਹਨੂੰ ਲਟਕਾ ਕੇ ਰੱਖਣਾ, ਹੈਂਗ ਟਿਲ ਡੈਥ, ਜਦੋਂ ਤੱਕ ਉਹ ਡਿਕਲੇਅਰ ਨਹੀਂ ਕਰਦੇ। ਤੇ ਜਾਨ ਇਨਸਾਨ ਦੀ ਆਸਾਨੀ ਨਾਲ ਨਿਕਲਦੀ ਨਹੀਂ, ਕਿਵੇਂ ਨਿਕਲੀ ਹੋਏਗੀ, ਕਿੰਨਾ ਤੜਪ ਕੇ ਨਿਕਲੀ ਹੋਏਗੀ ਉਹ ਜਾਨ, ਤੇ ਅਸੀਂ ਕੀ ਕਦਰ ਕਰਦੇ ਪਏ ਹਾਂ।
ਮੈਨੂੰ ਇਹ ਕਈ ਵਾਰੀ ਮੈਂ ਕਲਪਨਾ ਕਰਦਾ ਨਾ, ਮੇਰਾ ਦਿਲ ਭਰ ਆਉਂਦਾ ਕਿ ਅਸੀਂ ਬਿਲਕੁਲ ਹੀ ਕਦਰ ਨਹੀਂ ਕਰਦੇ ਪਏ ਉਸ ਚੀਜ਼ ਦੀ। ਉਸ ਮੋਮੈਂਟ ਨੂੰ ਜ਼ਰਾ ਕਲਪਨਾ ਕਰਕੇ ਦੇਖੋ, ਜੇ ਅਸੀਂ ਹੁੰਦੇ ਉਸ ਥਾਂ ਦੇ ਉੱਤੇ, ਕਿੱਦਾਂ ਉਹ ਤੜਪਣਾ ਔਰ ਕਿੱਦਾਂ ਉਹ ਦਰਦ ਹੋਣਾ, ਕਿੱਦਾਂ ਉਹ ਸਹਿੰਦੇ ਸਭ ਕੁਝ। ਪਤਾ ਗੱਲ ਕੀ ਆ, ਮੈਂ ਉਹੀ ਸੋਚਦਾ ਕਿ ਇਹ ਜਿਹੜੀ ਇੱਕ ਨਾ ਭਾਵਨਾ ਆ ਸੰਜੀਵ ਜੀ, ਇਹ ਸਾਡੇ ਅੰਦਰ ਜਗਾਈ ਨਹੀਂ ਗਈ, ਸਿਸਟਮ ਨੇ ਨਹੀਂ ਜਗਾਈ। ਨੈਸ਼ਨਲ ਕਰੈਕਟਰ ਨਹੀਂ ਹੈ, ਨੈਸ਼ਨਲ ਕਰੈਕਟਰ ਨਹੀਂ ਹੈਗਾ। ਸਕੂਲਾਂ ਕਾਲਜਾਂ ਦੇ ਵਿੱਚ ਵੀ ਉਸ ਤੱਕ ਬੇਸਿਕ ਕਮਿਊਨਿਟੀਜ਼ ਨਹੀਂ ਪਹੁੰਚਦੀਆਂ ਤੇ ਨੈਸ਼ਨਲ ਕਰੈਕਟਰ ਕਿੱਥੋਂ ਆਵੇ। ਬਿਲਕੁਲ ਸਹੀ। ਇਹ ਚੀਜ਼ਾਂ ਉਦੋਂ ਮਿਲਦੀਆਂ ਨੇ ਜਦੋਂ ਹੈ ਨਾ ਤੁਸੀਂ ਇੱਕ ਵੈਲ ਸਟਰਕਚਰਡ ਸਕੂਲ ਬਣਾ ਲੈਂਦੇ ਆ। ਤੁਸੀਂ, ਤੁਹਾਡਾ ਬੱਚਾ ਉੱਥੋਂ ਪਾਸ ਹੋ ਗਿਆ, ਤੁਹਾਡੇ ਪੇਰੈਂਟਸ ਬਹੁਤ ਚੰਗੇ ਨੇ, ਅਖਲਾਕੀ ਉਹਨਾਂ ਨੂੰ ਨੌਕਰੀ ਮਿਲੀ ਹੋਈ ਆ। ਪਿੰਡਾਂ ਦੇ ਵਿੱਚ ਆਉਣਾ, ਮੈਂ ਪਿੰਡ ਤੋਂ ਆਉਣਾ ਆ, ਉੱਥੇ ਪਤਾ ਕੀ ਹੈ, ਸਰਕਾਰੀ ਸਕੂਲ ਦੇ ਵਿੱਚ ਮਾਪੇ ਦੋਵੇਂ ਦਿਹਾੜੀ ਜਾਂਦੇ ਆ। ਮੁੰਡਾ ਸਕੂਲੇ ਤੋਰ ਦਿੰਦੇ ਆ, ਉਹਨਾਂ ਨੂੰ ਲੱਗਦਾ ਕਿ ਚਲੋ ਮੁੰਡਾ ਜਾਂ ਕੁੜੀ ਸਾਡੀ ਸਕੂਲੇ ਚੱਲ ਜਾਵੇ। ਹਾਂਜੀ। ਵੀ 3-4 ਵਜੇ ਆਊਗੀ, ਉਹ 3-4 ਵਜੇ ਨਿਆਣਾ ਆਉਂਦਾ, ਆਪੇ ਘਰੇ ਮੰਮੀ ਰੋਟੀ ਬਣਾ ਜਾਂਦੀ ਸਵੇਰ ਨੂੰ, ਖਾ ਕੇ ਉਹ ਖੇਡਣ ਲੱਗ ਪੈਂਦਾ ਆ। ਸਾਰਾ ਦਿਨ ਮਾਪੇ ਥੱਕੇ ਆਉਂਦੇ ਫਿਰ ਦਿਹਾੜੀ ਤੋਂ, ਕਿਉਂਕਿ ਇੰਨੀ ਗਰਮੀ ਦੇ ਵਿੱਚ 44-45 ਡਿਗਰੀ ਦੇ ਟੈਂਪਰੇਚਰ ਦੇ ਵਿੱਚ ਕੰਮ ਬਾਹਰ ਕਰਨਾ, ਸੜਕਾਂ ਦੇ ਉੱਤੇ ਜਾਂ ਕਿਤੇ ਵੀ ਕੰਮ ਕਰਨਾ। ਫਿਰ ਮਾਂ ਸ਼ਾਮ ਨੂੰ ਆ ਕੇ ਰੋਟੀ ਬਣਾਉਂਦੀ ਆ ਤੇ ਪੱਠਾ ਡੱਖਾ ਪਾ ਲੈਂਦਾ ਆ ਪਸ਼ੂਆਂ ਨੂੰ। ਹਾਂਜੀ। 7-8 ਵੱਜ ਜਾਂਦੇ ਤੇ ਆਪਦੇ ਨਿਆਣਿਆਂ ਨੂੰ ਚਾਹ ਲਾੜ ਕਰਕੇ ਸੌ ਜਾਂਦੇ ਆ। ਇੱਥੇ ਐਜੂਕੇਸ਼ਨ ਕਿਤੇ ਨਹੀਂ ਗਈ। ਸਹੀ ਹੈ। ਫਿਰ ਉਹ ਕਰੈਕਟਰ ਕਿੱਥੋਂ ਪੈਦਾ ਹੋਣਾ? ਪਹਿਲੀ ਗੱਲ ਤੇ 7-8 ਸਾਲ ਨਿਆਣੇ ਨੂੰ ਤਾਂ ਆਪ ਨੂੰ ਤਾਂ ਪਤਾ ਹੀ ਨਹੀਂ ਹੁੰਦਾ। ਇੱਥੇ ਤੱਕ ਕਿ ਮੇਰੇ ਵਰਗੇ ਨੂੰ 14, 15, 16 ਤੱਕ ਨਹੀਂ ਪਤਾ ਹੁੰਦਾ ਵੀ ਪੜ੍ਹਨਾ ਜ਼ਰੂਰੀ ਆ, ਕਿਉਂਕਿ ਖੇਡਣਾ ਬਹੁਤ ਉਸ ਏਜ ਦੇ ਵਿੱਚ ਨਾ ਪਿਆਰਾ ਹੁੰਦਾ ਬੱਚੇ ਨੂੰ। ਤੇ ਉਹ ਮਾਪੇ ਕਿੱਥੇ ਆਪਣੇ ਬੱਚੇ ਨੂੰ ਕੁਆਲਿਟੀ ਪੈਦਾ ਕਰ ਲੈਣ। ਫਿਰ ਦੂਸਰੇ ਬੰਨੇ ਇੰਡੀਆ ਵਾਲੇ ਨਿਆਣੇ ਆ, ਮੰਮਾ ਅਗਰ ਪੇਰੈਂਟਸ ਮੀਟਿੰਗ ਮਿਸ ਹੋ ਜਾਵੇ ਤਾਂ ਸਾਰੇ ਨੌਕਰਾਂ ਨੂੰ ਡਾਂਟ ਦਿੰਦੀ ਆ ਵੀ ਹੈ। ਐਕਚੁਅਲੀ ਸੰਸਕਾਰ ਪੈਦਾ ਹੋਣੇ ਚਾਹੀਦੇ ਨੇ ਔਰ ਮਾਂ-ਬਾਪ ਨੂੰ ਦੱਸਣਾ ਚਾਹੀਦਾ ਆਪਣੇ ਬੱਚਿਆਂ ਨੂੰ ਕਿ ਜਿਨ੍ਹਾਂ ਲੋਕਾਂ ਨੇ ਸਾਡੇ ਵਾਸਤੇ ਆਪਣੀ ਜਾਨ ਦਿੱਤੀ, ਸਿੱਖ ਗੁਰੂਆਂ ਨੇ, ਸਾਡੇ ਸਿੱਖ ਗੁਰੂ, ਅਸੀਂ ਸਾਰੇ ਸਿੱਖ ਹਾਂ, ਬਾਬਾ ਨਾਨਕ ਦੀ ਧਰਤੀ ਤੇ, ਪੰਜਾਬ ਦੀ ਧਰਤੀ ਤੇ ਸਾਰੇ ਅਸੀਂ ਬਾਬਾ ਨਾਨਕ ਤੇ ਸਿੱਖ ਹਾਂ। ਸਾਡੇ ਗੁਰੂ ਸਾਹਿਬਾਨਾਂ ਨੇ ਆਪਾ ਬਾਰੇ, ਆਪਣੇ ਪਰਿਵਾਰ ਬਾਰੇ ਸਾਨੂੰ ਦੱਸਣਾ ਚਾਹੀਦਾ, ਆਪਣੇ ਬੱਚਿਆਂ ਨੂੰ ਸੰਸਕਾਰ ਦੇਣੇ ਚਾਹੀਦੇ ਨੇ ਵੀ ਆਪਣੇ ਆਪ ਨੂੰ ਕਿੱਦਾਂ ਉਹਨਾਂ ਨੇ। ਮੈਂ ਉਹੀ ਗੱਲ ਤਾਂ ਦੱਸਣ ਡਿਆ ਵੀ ਜਿਨ੍ਹਾਂ ਕੋਲੇ ਪੇਟ ਨਾ ਪਈਆਂ ਰੋਟੀਆਂ ਤੇ ਸਭੇ ਗੱਲਾਂ ਖੋਟੀਆਂ। ਗੱਲ ਤੇ ਹੀ ਆ। ਗੱਲ ਇਹ ਹੈ ਨਾ ਕਿ ਜੇ ਹੁਣ ਉਹ ਥੱਕ ਹਾਰ ਕੇ 44 ਡਿਗਰੀ ਟੈਂਪਰੇਚਰ 'ਚ ਇੱਕ ਦੂਸਰੇ ਦਾ ਮੂੰਹ ਨਹੀਂ ਵੇਖਣ ਨੂੰ ਦਿਲ ਕਰਦਾ, ਕਿਉਂਕਿ ਖਾਣ ਪੀਣ ਨੂੰ ਦੇਖੋ ਉਹਨਾਂ ਘਰਾਂ 'ਚ ਖਾਣ ਪਾਣ ਇੰਨੀ ਈਟੇਬਲ ਆਇਲਸ ਦੀ ਗੱਲ ਕਰ ਲਓ, ਕਿੰਨੇ ਮਹਿੰਗੇ ਤੇਲ ਆ। ਇੱਕ ਦਿਹਾੜੀ 'ਚ ਤਾਂ ਉਹਨਾਂ ਦਾ ਘਰ ਦਾ ਖਰਚਾ ਨਹੀਂ ਪੂਰਾ ਹੋਣਾ, ਫਿਰ ਨਿਆਣਾ ਕੱਲਾ ਆ, ਨਿਆਣੇ ਨੂੰ ਖਾਣ ਪੀਣ ਨੂੰ ਚੀਜ਼ਾਂ ਚਾਹੀਦੀਆਂ, ਉੱਥੇ ਉਹ ਕਿੱਦਾਂ ਇਹ ਗੱਲਾਂ ਕਰਨ। ਇਹਨੂੰ ਅਸੀਂ ਕਹਿੰਦੇ ਹਾਂ ਸੌਫਟ ਐਡੀਸ਼ਨਲ ਐਡਸ। ਬਿਲਕੁਲ ਸਹੀ ਗੱਲ ਹੈ। ਔਰ ਤੁਸੀਂ ਦੇਖੋ ਸੰਸਕਾਰ ਔਰ ਕਈ ਕਾਰਨ ਐਸੇ ਹੋਏ ਪੈਦਾ, ਮਜਬੂਰੀਆਂ, ਦੇਸ਼ ਦੇ ਹਾਲਾਤ, ਤਾਂ ਉੱਥੋਂ ਕੌਣ ਪੈਦਾ ਹੁੰਦੇ ਨੇ? ਲਾਰੈਂਸ ਬਿਸ਼ਨੋਈ, ਇੱਦਾਂ ਦੇ ਗੈਂਗਸਟਰਸ। ਜੀ, ਲਾਰੈਂਸ ਬਿਸ਼ਨੋਈ ਹੁਣਾਂ ਜਿਹੜੇ ਆ ਨਾ, ਇਹ ਉਹ ਕਿਰਦਾਰ ਨੇ ਜਿਹੜੇ ਬੜੇ ਸੋਹਣੇ ਬੈਕਗ੍ਰਾਉਂਡ ਤੋਂ ਆਉਂਦੇ ਨੇ। ਬੜੇ ਕਹਿੰਦੇ ਨੇ ਕਿ ਲਾਰੈਂਸ ਬਿਸ਼ਨੋਈ ਸ਼ਾਇਦ ਆਪਣੇ ਕਾਲਜ ਟਾਈਮ ਸਰਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ, ਇਹ ਵਾਲੀ ਕਵਿਤਾ ਜੋ ਭਗਤ ਸਿੰਘ ਪੜ੍ਹਦੇ ਹੁੰਦੇ ਨੇ, ਇਹੀ ਕਵਿਤਾ ਉਹ ਸਟੇਜ ਦੇ ਉੱਤੇ ਪੜ੍ਹਦੇ ਹੁੰਦੇ ਸੀ। ਲਾਰੈਂਸ ਬਿਸ਼ਨੋਈ 2010 ਦੇ ਵਿੱਚ ਐਕਟਿਵ ਹੋ ਗਿਆ ਲਾਰੈਂਸ। ਪਤਾ ਔਰ ਕਿਵੇਂ ਹੋਇਆ, ਕਿੱਦਾਂ ਹੋਇਆ ਇਹ? ਕਿਉਂਕਿ ਤੁਸੀਂ ਜਿੰਨੇ ਵੀ ਗੈਂਗਸਟਰ ਪੰਜਾਬ ਦੇ ਲਾਓ ਨਾ, ਜਿਹੜੇ ਨਾਮੀ ਗੈਂਗਸਟਰ ਆ, ਇਹ ਬੜੇ ਕਾਲਜਾਂ, ਯੂਨੀਵਰਸਿਟੀਆਂ ਚੋਂ ਨਿਕਲੇ ਨੇ। ਇੰਟੈਲੀਜੈਂਸ ਬ੍ਰੇਨ ਨੇ ਜਾਂ ਸਪੋਰਟਸ ਪਰਸਨ ਹੈ ਨਾ। ਤੁਸੀਂ ਇਹ ਚੀਜ਼ਾਂ ਤੋਂ ਲੈ ਕੇ ਚੱਲੋ। ਹੁਣ ਆਪਾਂ ਮੁੜ ਕੇ ਆਉਣੇ, ਕਿਉਂਕਿ ਬੜੀ ਵਾਰੀ ਡਿਸਕਸ ਕਰ ਲਿਆ, ਕਿਉਂਕਿ ਇਹ ਕਿੱਦਾਂ ਹੋਇਆ, ਕੀ ਹੋਇਆ, ਕਿਸ ਤਰੀਕੇ ਨਾਲ ਹੋਇਆ ਨਾ। ਇਹਨਾਂ ਦੇ ਪਿੱਛੇ ਪੋਲੀਟੀਕਲ ਤਾਂ ਹੈ, ਰਾਜਨੀਤੀ ਤਾਂ ਹੈ। ਹਾਂਜੀ, ਹੈ ਨਾ। ਆਪਾਂ ਉਹਨੂੰ ਨਹੀਂ ਛੱਡਦੇ, ਕਿਉਂਕਿ ਆਪਾਂ ਹੁਣ ਬੜੀ ਵਾਰੀ ਡਿਸਕਸ ਕਰ ਲਿਆ, ਸਮਾਂ ਉਹਨਾਂ ਕੀ ਹੁੰਦਾ ਸਾਡੇ ਕੋਲੇ। ਅਸੀਂ ਉੱਥੇ ਆਉਂਦੇ ਆ ਕਿ ਅੱਜ ਕੱਲ੍ਹ ਲਾਰੈਂਸ ਬਿਸ਼ਨੋਈ ਨੂੰ ਜਿਹੜਾ ਲਿਆਂਦਾ ਗਿਆ, ਕਿੰਨੀ ਸਿਕਿਉਰਿਟੀ ਦੇ ਵਿੱਚ ਲਿਆਂਦਾ ਗਿਆ, ਕਿਉਂਕਿ ਫਿਰ ਉਹਨੂੰ ਮਾਨਸਾ ਲੈ ਗਏ। ਫਿਰ ਮਾਨਸਾ ਲੱਗਿਆ ਕਿ ਨਹੀਂ ਵੀ ਇੱਥੇ ਸਿਕਿਉਰਿਟੀ ਨਹੀਂ, ਇੰਟੈਕਟ ਨਹੀਂ ਹੋ ਸਕਦੀ, ਨਹੀਂ ਪਕੜੀ ਨਹੀਂ ਹੋ ਸਕਦੀ ਉਹਨਾਂ ਦੀ। ਫਿਰ ਉਹਨੂੰ ਖਰੜ ਕਿਸੇ ਹੁਣ ਰੂਪੋਸ਼ ਜਗ੍ਹਾ ਦੇ ਵਿੱਚ ਰੂਪੋਸ਼ ਕਰ ਦਿੱਤਾ ਹੈ, ਉੱਥੇ ਕੋਈ ਸੀਕ੍ਰੇਟ ਜਗ੍ਹਾ ਦੇ ਵਿੱਚ ਰੱਖ ਕੇ ਤੋਂ ਪੁੱਛਗਿੱਛ ਹੋਵੇਗੀ, ਜਿਵੇਂ ਤੁਸੀਂ ਕਹਿੰਦੇ 22 ਜੂਨ ਤੱਕ ਹੈ ਨਾ, ਪੁਲਿਸ ਰਿਮਾਂਡ ਹੈ। ਪਰ ਮੈਨੂੰ ਦੇਖੋ, ਸਾਰੇ ਕਹਿੰਦੇ ਜੀ ਬੜੇ ਵੱਡੇ ਖੁਲਾਸੇ ਹੋਣਗੇ, ਮੈਨੂੰ ਨਹੀਂ ਲੱਗਦਾ ਖੁਲਾਸੇ ਹੋਣਗੇ। ਕੀ ਖੁਲਾਸੇ ਕਰੂਗਾ? ਉਹ ਕਹੂਗਾ ਜੀ ਮੈਂ ਮਾਰਿਆ, ਹਾਂਜੀ ਮਰਵਾਤਾ, 4 ਗੈਂਗਸਟਰਾਂ ਦੇ ਹੋਰ ਨਾਂ ਲੈ ਦੂਗਾ ਜੀ, ਆਹ ਫਲਾਣੇ ਸੀ। ਕੀ ਹੋਊਗਾ ਉੱਥੇ? ਕੁਝ ਅਰੈਸਟ ਹੋਣਗੀਆਂ। ਹਾਂ, ਕੀ ਇਹ ਆਲਰੇਡੀ ਸਾਡੇ ਕੋਲੇ ਹੈ ਸਭ ਕੁਝ। ਬਿਲਕੁਲ ਸਹੀ ਗੱਲ ਹੈ ਨਾ। ਉਹ ਦੱਸ ਦੂਗਾ ਜੀ ਫਲਾਨਾ ਗੈਂਗਸਟਰ ਲਿੱਤਾ ਸੀ, ਫਲਾਨਾ ਦਿੱਤਾ ਸੀ, ਸੰਦੀਪ ਕੇਕੜੇ ਨੇ ਰੇਕੀ ਕੀਤੀ ਸੀਗੀ ਜੀ, ਉਹ ਤੁਹਾਨੂੰ ਪਹਿਲਾਂ ਪਤਾ ਲੱਗ ਗਿਆ। ਸ਼ਾਰਪ ਸ਼ੂਟਰਸ ਉਤੋਂ ਨੇ। ਇਹਦੇ ਪਿੱਛੇ ਜੋ ਅਸਲ ਅਸੀਂ ਕਹਿੰਦੇ ਆ ਵੀ ਥਰਡ ਟਰੈਕ ਕਿਹੜਾ ਹੋਊਗਾ? 2 ਟਰੈਕ ਤਾਂ ਸਾਹਮਣੇ ਆਉਂਦੇ ਆ ਵੀ ਲਾਰੈਂਸ ਬਿਸ਼ਨੋਈ ਨੇ ਰਿਸਪੌਂਸਿਬਿਲਿਟੀ ਲਈ ਆ, ਥੱਲੇ ਵਾਲਿਆਂ ਨੇ ਮਾਰ ਦਿੱਤਾ। ਥਰਡ ਟਰੈਕ ਕੀ ਜਿਹੜਾ ਪਿੱਛੇ ਬੈਕਗਰਾਉਂਡਰ ਆ, ਕਿੰਗ ਪਿੰਸ ਕੋਲ। ਹਾਂ, ਤੇ ਉਹ ਤਾਂ ਕਦੇ ਸਾਹਮਣੇ ਨਹੀਂ ਆਉਣੇ, ਅੱਜ ਤੱਕ ਨਹੀਂ ਆਏ। ਕਿੱਥੋਂ ਅੱਜ ਤੱਕ ਨਹੀਂ ਆਏ। ਇਹ ਕਿਹੜਾ ਪਹਿਲਾ ਕੇਸ ਆ ਉਹਦੇ ਕੋਲੇ? 5 ਸਟੇਟਾਂ ਦੇ ਵਿੱਚ ਉਹਦੇ ਕੋਲੇ 36 ਤੋਂ ਵੱਧ ਕੇਸ ਉਹਦੇ ਤੇ ਦਰਜ ਆ। ਬਿਲਕੁਲ। ਜੇ ਪੰਜਾਬ ਦੀ ਗੱਲ ਕਰੀਏ, ਸਭ ਤੋਂ ਜ਼ਿਆਦਾ 17 ਕੇਸ ਆ। ਉਹ ਕੀ ਅਸੀਂ ਉਹ ਤੋਂ ਕੀ ਕਹਿ ਸਕਦੇ ਆ?
ਇਹ ਤੇ ਸਿਸਟਮ ਨੂੰ ਖਤਮ ਕਰਨ ਦੀ ਲੋੜ ਆ ਕਿ ਮੁੜ ਕੇ ਕੋਈ ਫਨ ਚੱਕੇ ਹੀ ਨਾ। ਬਿਲਕੁਲ, ਜਿਹੜੇ ਕਿੰਗ ਪਿਨਸ ਨੇ ਉਹ ਪਿੱਛੇ ਬੈਠੇ ਨੇ, ਕਿਸੇ ਵੀ ਮਾਮਲੇ 'ਚ ਸਾਹਮਣੇ ਨਹੀਂ ਆਉਂਦੇ, ਕੋਈ ਵੀ ਮਾਮਲਾ ਹੋਵੇ। ਔਰ ਜਦੋਂ ਤੱਕ ਕਿੰਗ ਪਿਨਸ ਮੌਜੂਦ ਨੇ ਤਾਂ ਲਾਰੈਂਸ ਬਿਸ਼ਨੋਈ ਪੈਦਾ ਹੁੰਦੇ ਰਹਿਣਗੇ, ਔਰ ਇਹ ਗੈਂਗਸਟਰਸ ਪੈਦਾ ਹੁੰਦੇ ਰਹਿਣਗੇ, ਗੈਂਗ ਵਾਰਸ ਚੱਲਦੀਆਂ ਰਹਿਣਗੀਆਂ, ਮਰਡਰਸ ਵੀ। ਇੱਕ ਲਾਰੈਂਸ ਨੂੰ ਮਾਰਾਂਗੇ ਤਾਂ ਬਥੇਰੇ 2-3 ਲਾਰੈਂਸ ਥੱਲੇ ਛੱਡ ਕੇ ਆਇਆ ਹੋਣਾਗਾ। ਸਿਸਟਮ ਇਦਾਂ ਦਾ ਬਣਿਆ, ਗੈਂਗ ਬੜੀ ਆਪਾਂ ਕਹਿੰਦੇ ਆਰਗੇਨਾਈਜ਼ ਬੜਾ ਕ੍ਰਾਈਮ ਆ ਜੀ। ਨਾਭਾ ਜੇਲ੍ਹ ਉਦੋਂ ਹੁੰਦਾ ਜਦੋਂ ਨਾਭਾ ਜੇਲ੍ਹ ਬ੍ਰੇਕ ਉਦੋਂ ਹੁੰਦਾ ਜਦੋਂ ਉਹ ਇਲੈਕਸ਼ਨਸ ਹੁੰਦੀਆਂ, ਜਦੋਂ ਇਲੈਕਸ਼ਨ ਹੋ ਹਟਦੀਆਂ ਉਦੋਂ ਨਾਭਾ ਜੇਲ੍ਹ ਦੇ ਸਾਰੇ ਜਿਹੜੇ ਬਾਹਰ ਨਿਕਲੇ ਸੀ ਉਹ ਵਾਪਸ ਆ ਜਾਂਦੇ ਆ। ਐਡੀ ਸਟ੍ਰਿਕਟ ਜੇਲ੍ਹ ਚੋਂ ਬਾਹਰ ਆਉਂਦੇ ਆ। ਜੇਲ੍ਹ ਤੋੜਨ ਦੀ ਗੱਲ ਵੀ ਆ ਜਾਂਦੀ ਹੈ ਤਾਂ ਹੋਰ ਜ਼ਿਆਦਾ ਹਾਈ ਅਲਰਟ ਤੇ ਹੋ ਜਾਂਦੇ ਨੇ। ਇੱਕ ਬੜੀ ਪਿਆਰੀ ਕਿਸੇ ਨੇ ਗੱਲ ਕਹੀ ਸੀ, ਕਿਸੇ ਐਕਸਪਰਟ ਨੇ, ਕਹਿੰਦਾ ਕਿ ਤੁਸੀਂ ਸਿਸਟਮ ਦੀ ਗੱਲ ਕਰਦੇ ਹੋ ਨਾ ਕਿ ਸਿਸਟਮ ਇੱਦਾਂ, ਸਿਸਟਮ ਨੂੰ ਬਦਲ ਦਿਓ। ਕਹਿੰਦਾ ਸਿਸਟਮ ਨੂੰ ਬਦਲਣ ਦੀ ਕੋਸ਼ਿਸ਼ ਕਰੋ, ਸਿਸਟਮ ਤੁਹਾਨੂੰ ਬਦਲ ਦਿੰਦਾ। ਮੈਂ ਉਹੀ ਆਪਾਂ ਸ਼ੁਰੂ 'ਚ ਗੱਲ ਉਹ ਕੀਤੀ ਹੈ, ਇਹ ਕੋਈ ਲੌਬੀ ਹੈ ਜਿਹੜੀ ਬੈਠੀ ਹੋਈ ਹੈ ਜਿਨ੍ਹਾਂ ਨੂੰ ਇਹ ਸਿਸਟਮ ਸੂਟ ਕਰਦਾ। ਜਦੋਂ ਤੁਸੀਂ ਸਿਸਟਮ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਹੋ, ਇਹ ਲੌਬੀ ਜਿਹੜੀ ਹੈ ਐਕਟਿਵ ਹੋ ਜਾਂਦੀ ਹੈ, ਇਹ ਤੁਹਾਨੂੰ ਬਦਲਦੀ ਹੈ। ਜੇ ਫਿਰ ਤੁਸੀਂ ਨਹੀਂ ਬਦਲਦੇ ਤਾਂ ਫਿਰ ਤੁਹਾਡਾ ਪਤਾ ਨਹੀਂ ਲੱਗਦਾ ਤੁਸੀਂ ਕਿੱਥੇ ਚੱਲੇ। ਸਾਡੇ ਨਾ ਪਿੰਡਾਂ ਦੇ ਵਿੱਚ ਬੜੀ ਗੱਲ ਸੁਣਾਉਂਦੇ ਹੁੰਦੇ ਸੀਗੇ ਬਜ਼ੁਰਗ ਸਾਡੇ, ਜੋ ਸੱਥ 'ਚ ਬਹਿੰਦੇ, ਪਤਾ ਨਹੀਂ ਗੱਲ ਸੱਚੀ ਹੈ ਕਿ ਝੂਠੀ ਆ, ਉਹ ਗੱਪ ਬੜੀ ਵੱਡੀ ਮਾਰਦੇ। ਕਹਿੰਦੇ ਜੀ ਮੈਂ ਕਹਿੰਦੇ ਮਿਲਣ ਚਲੇ ਗਿਆ ਮੁੱਖ ਮੰਤਰੀ ਨੂੰ, ਪਤਾ ਨਹੀਂ ਐਂ ਗੱਲਾਂ ਕਰਦੇ, ਪਤਾ ਨਹੀਂ ਕੌਣ ਮੁੱਖ ਮੰਤਰੀ ਸੀ ਉਸ ਟਾਈਮ। ਕਹਿੰਦੇ ਜੀ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਲੰਚ ਆ ਨਾ ਉਹ ਕਿੱਦਾਂ ਤਿਆਰ ਹੁੰਦਾ? ਸਾਰੇ ਪੁੱਛੋ ਵੀ ਕਿੱਦਾਂ ਤਿਆਰ ਹੁੰਦਾ? ਕਹਿੰਦੇ ਉਹ ਕੁੱਕੜ ਰੱਖਦਾ 10 ਕੁੱਕੜ ਮੁਰਗੇ, 10 ਕੁੱਕੜ ਰੱਖਣੇ ਆ ਜੀ, ਤਕੜੇ ਕਿਸਮ ਦੇ ਮੁਰਗੇ ਰੱਖਣੇ ਆ, ਉਹਨਾਂ ਨੂੰ ਫਿਰ ਪਾਉਣਾ ਮੀਟ, ਉਹਨਾਂ ਨੂੰ ਮਤਲਬ ਛੋਟਿਆਂ ਮੁਰਗਿਆਂ ਦਾ ਮੀਟ ਪਾਉਣਾ ਆ। ਉਹ ਮਹੀਨਾ ਇੱਕ 'ਚ ਤਿਆਰ ਕਰਕੇ ਫਿਰ ਉਹਲੀ ਰੋਜ਼ ਦਾ ਇੱਕ ਵੱਢਣਾ ਆ। ਵੀ ਤੁਸੀਂ ਹਿਸਾਬ ਲਾ ਲਓ ਵੀ ਲੋਕਾਂ ਦੇ ਦਿਮਾਗ 'ਚ ਇੰਨੀ ਫੈਸੀਨੇਸ਼ਨ ਆ, ਐਡਾ ਵੱਡਾ ਮਿਸਟੀਰੀਅਸ ਰੱਖਿਆ ਵੀ ਬਈ ਜਿਹੜਾ ਇਹਨਾਂ ਦਾ ਖਾਣ ਪਾਣ ਵਾ ਇਹ ਐਦਾਂ ਆਉਂਦਾ। ਫਿਰ ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਵਾਕਈ ਧੂਆਂ ਅੱਗ ਬਿਨਾਂ ਸਾਨੂੰ ਧੂਆਂ ਜਿਹੜਾ ਇੰਡੈਕਸ ਅੱਗ ਦਾ ਕੁਛ ਤਾਂ ਇਦਾਂ ਦਾ ਹੈਗਾ ਨਾ। ਚਲੋ ਇਹ ਤਾਂ ਚਲੋ ਨਹੀਂ ਹੋ ਸਕਦਾ, ਪਰ ਕੁਛ ਤੇ ਕਹਿ ਲਈਏ ਨਾ ਕਿ ਸ਼ਾਹੀ ਚੀਜ਼ਾਂ ਹੁੰਦੀਆਂ ਨਾ। ਸੋ ਜਦੋਂ ਇਦਾਂ ਦੀਆਂ ਸ਼ਾਹੀ ਚੀਜ਼ਾਂ ਹੋ ਜਾਂਦੀਆਂ, ਨਸ਼ਾ ਹੋ ਜਾਂਦਾ ਚੀਜ਼ਾਂ ਦਾ, ਉਹ ਫਿਰ ਨਸ਼ਾ ਕਹਿੰਦੇ ਵੀ ਹਰ ਚੀਜ਼ ਦਾ ਹੀ ਮਾੜਾ ਫੈਸਿਲਿਟੀ। ਹੁਣ ਉਹ ਧਰਮਸੋਤ ਜੀ ਜਿਸ ਇਲਾਕੇ 'ਚ ਹੈਗੇ ਸੀ, ਸਾਧੂ ਧਰਮਸੋਤ ਜੀ, ਜਿੱਥੇ ਉਹਨਾਂ ਦੀ ਚੱਲਦੀ ਸੀ ਸਿਆਸਤ ਸ਼ਾਹੀ, ਜਿਹੜਾ ਤੁਸੀਂ ਸ਼ਾਹੀ ਜਿੱਥੇ ਚੱਲਦਾ ਸੀ ਕੰਮ, ਉਸੇ ਹੀ ਇਲਾਕੇ ਦੇ ਵਿੱਚ ਜਿਹੜਾ ਜੇਲ੍ਹ ਹੈ ਉੱਥੇ ਉਹ ਅਰੈਸਟ ਨੇ, ਗ੍ਰਿਫਤਾਰ ਨੇ। ਦੇਖੋ ਹੁਣ ਸਰ ਸਾਧੂ ਸਿੰਘ ਧਰਮਸੋਤ ਦੀ ਲਾ ਲਓ, ਕੀ ਨਹੀਂ ਦਿੱਤਾ ਤੁਸੀਂ ਕੈਬਨਿਟ ਮਿਨਿਸਟਰਾਂ, ਜੰਗਲਾਤ ਮਹਿਮਲਾਂ ਤੁਹਾਡੇ ਕੋਲੇ ਆ, ਸਭ ਕੁਝ, ਪਰ ਉਹ ਕਹਿੰਦੇ ਨਹੀਂ ਵੀ ਉੱਤੋਂ ਕੀ ਬਣਦਾ ਹੈਨਾ। ਹੁਣ ਅਸੀਂ ਕਹਿੰਦੇ ਵੀ ਉੱਤੋਂ ਨੂੰ ਕਿਤੇ ਮੈਂ ਕਿਹੜਾ ਵੀ ਚਾਟ ਦੀ ਰੇਹੜੀ ਲਾਉਣਾ ਜਾਂ ਮੈਂ ਕਿਹੜਾ ਬਾਜੇ ਵਾਲਾ ਆ। ਅੱਜ ਕੱਲ ਮੀਮਸ ਜੇ ਚੱਲਦੇ ਆ ਨਾ ਜੀ ਵੀ ਮੈਂ ਫਿਰ ਹੁਣ ਕਲੀਅਰ ਕਰ ਦਿੰਦਾ ਵੀ ਇਕੱਲਾ ਬਾਜੇ ਵਾਲਿਆਂ ਨੂੰ ਉੱਤੋਂ ਨਹੀਂ ਬਣਦਾ, ਆ ਕੈਬਨਿਟ ਮਿਨਿਸਟਰੀ ਵੀ ਉੱਤੋਂ ਬਣਾਉਂਦੇ ਆ, ਬਹੁਤ ਕੁਝ ਚੱਲਦਾ ਜੀ ਇਹਨਾਂ ਦੀ ਉੱਤੋਂ। ਫਿਰ ਸਾਡੇ ਨਿਆਣਿਆਂ ਨੂੰ, ਜਿਹੜੇ ਵਿਚਾਰੇ ਐਸੀ ਭਾਈਚਾਰੇ ਦੇ ਨਿਆਣੇ ਆ ਜਾਂ ਕਿਸੇ ਹੋਰ ਭਾਈਚਾਰੇ ਦੇ ਨਿਆਣੇ ਜਿਨ੍ਹਾਂ ਨੂੰ ਸਾਈਕਲ ਮਿਲਦੇ ਆ, ਉਹਨਾਂ ਤੇ ਲਾ ਦਿੰਦੇ ਫੋਟੋ ਵੀ ਰਾਜਨੀ ਸੇਵਾ ਕਰਕੇ ਬਾਦਲ ਸਾਹਿਬ ਦੀ ਤਾਂ ਫੋਟੋ ਲਾਈ ਹੁੰਦੀ ਆ। ਆ ਜਿਹੜੀਆਂ ਤੁਹਾਡੇ ਮੁੰਡੇ ਰੇਂਜ ਰੋਵਰਾਂ ਲਈ ਫਿਰਦੇ ਆ, ਇਹਨਾਂ ਤੇ ਤੁਸੀਂ ਕਾਹਤੋਂ ਨਹੀਂ ਫੋਟੋ ਲਾਉਣੇ? ਬਿਲਕੁਲ ਇਹਨਾਂ ਤੇ ਫੋਟੋ ਤਾਂ ਮੈਨੂੰ ਲੱਗਦਾ ਸਾਰੇ ਆਵਾਮ ਦੀ ਲਾ ਲੈਣੀ ਚਾਹੀਦੀ ਆ, ਕਿਉਂਕਿ ਇਹ ਸਾਡੇ ਤੋਂ ਹੀ ਲਿੱਤੀਆਂ, ਸਾਡੀ ਸਪਾਂਸਰਸ਼ਿਪ ਹੈ ਜੀ, ਸਾਡੀ ਸਪਾਂਸਰਸ਼ਿਪ ਤੇ ਤੁਹਾਡੇ ਨਿਆਣੇ ਰੇਂਜ ਰੋਵਰਾਂ 'ਚ ਘੁੰਮਦੇ ਆ। ਉਸ ਰੇਂਜ ਰੋਵਰ ਦੇ ਉੱਤੇ ਤੁਸੀਂ ਜਿਹੜੇ ਲੱਗੇ ਹੋਏ ਸਟicker ਹੁੰਦੇ ਆ ਰੇਂਜ ਰੋਵਰ ਵਾਲਿਆਂ ਦੇ, ਉਹ ਵੀ ਲਾ ਦਿੰਦੇ ਆ ਵੀ ਨਹੀਂ ਮੈਨੂੰ ਪਿਓਰ ਕਾਲੀ ਰੇਂਜ ਰੋਵਰ ਚਾਹੀਦੀ ਆ। ਇਹਨਾਂ ਨੇ ਸਾਰੇ ਹੀ ਆਪਣੇ ਬੰਦੋਬਸਤ ਕੀਤੇ ਹੋਏ ਨੇ। ਇੱਥੇ ਵੀ ਬੱਚੇ ਵਿਦੇਸ਼ਾਂ ਸੈਟਲ ਨੇ, ਵੀ ਜੇ ਕਿਤੇ ਜਾਣਾ ਪਿਆ, ਕਿਤੇ ਨਿਕਲਣਾ ਪਿਆ, ਭੱਜਣਾ ਪਿਆ ਤਾਂ ਕਿਹੜੇ ਮੁਲਕ ਜਾ ਕੇ ਕਿੱਥੇ ਕਿਵੇਂ ਸੈਟਲ ਹੋਣਾ, ਪੂਰੇ ਅਰੇਂਜਮੈਂਟਸ ਨੇ ਜੋ ਅੰਦਰ ਦੀਆਂ ਖਬਰਾਂ ਮਿਲਦੀਆਂ ਨੇ। ਬਾਕੀ ਤਾਂ ਜਦੋਂ ਤੱਕ ਗੇਮ ਖੇਡੀ ਜਾਂਦੇ ਪਏ ਨੇ। ਉਹ ਕਹਿੰਦੇ ਵੀ ਜਦੋਂ ਤੱਕ ਉੱਤੋਂ ਬਣਾਉਣੇ ਆ, ਉੱਤੋਂ ਵਾਲਾ ਵੀ ਜਦੋਂ ਤੱਕ ਉੱਤੋਂ ਬਣਦਾ ਠੀਕ ਆ, ਨਹੀਂ ਬਣਿਆ ਤੇ ਹੁਣ ਨਿਆਣੇ ਸੈੱਟ ਵਾ ਤੇ ਆਪਾਂ ਚੱਲ ਜਾਵਾਂਗੇ। ਇਹ ਨਾ ਘੁਣ ਵਾ, ਇਹ ਘੁਣ ਨੂੰ, ਸਿਸਟਮ ਨੂੰ ਬਦਲਣਾ ਪੈਣਾ। ਔਰ ਮੈਨੂੰ ਲੱਗਦਾ ਕਿਤੇ ਨਾ ਕਿਤੇ ਉਮੀਦਾਂ ਬਹੁਤ ਨੇ ਆਮ ਆਦਮੀ ਪਾਰਟੀ ਤੋਂ, ਔਰ ਉਮੀਦ ਤੇ ਉੱਤੇ ਦੁਨੀਆ ਕਾਇਮ ਆ। ਜਾਂਦੇ ਜਾਂਦੇ ਗੱਲ ਕਰਾਂਗੇ, ਇੱਕ ਲਾਈਨ ਮੈਂ ਬੋਲਾਂਗਾ ਕਿ ਉਮੀਦ ਬਹੁਤ ਆ, ਉਮੀਦ ਤੇ ਦੁਨੀਆ ਕਾਇਮ ਹੈ, ਪਰ ਉਮੀਦ ਕੋਈ ਪਲੈਨਿੰਗ ਨਹੀਂ ਹੁੰਦੀ, ਉਮੀਦ ਕੋਈ ਸਟ੍ਰੈਟਜੀ ਨਹੀਂ ਹੈ। ਉਮੀਦ ਹੋਪ ਇਜ਼ ਨਾਟ ਅ ਸਟ੍ਰੈਟਜੀ। ਉਮੀਦ ਇੱਕ ਭਾਵਨਾ ਹੈ। ਹਾਂ, ਹੋਣੀ ਚਾਹੀਦੀ ਹੈ ਕਿ ਤੁਸੀਂ ਪੋਜ਼ਿਟਿਵ ਹੈਗੇ ਹੋ, ਪੋਜ਼ਿਟਿਵ ਰਹਿੰਦੇ ਹੋਏ ਤੁਸੀਂ ਕੰਮ ਕਰਦੇ ਹੋ। ਇੱਕ ਜਾਂਦੇ ਗੱਲ ਕਰਾਂਗੇ ਕਿ ਜ਼ਿਲ੍ਹਿਆਂਵਾਲੇ ਬਾਗ ਦੇ ਦਰਸ਼ਨ ਕਰਨ ਜਾਣੇ, ਅਸੀਂ ਤਾਂ ਦਰਸ਼ਨ ਹੀ ਬੋਲਾਂਗੇ ਨਾ ਜਿੱਥੇ ਸ਼ਹਾਦਤ ਹੋਈ ਹੈ। ਨਹੀਂ, ਉਹ ਤੋਂ ਮੈਨੂੰ ਲੱਗਦਾ ਇਹ ਅਸੀਂ ਕੱਲ ਗੱਲ ਕੀਤੀ ਸੀਗੀ ਸੱਤੀ ਸਾਹਿਬ ਦੇ ਨਾਲ ਟਿਕਟ ਵਾਲੀ ਗੱਲ। ਜ਼ਿਆਦਾ ਜ਼ਰੂਰੀ ਸੰਜੀਵ ਜੀ ਤੁਹਾਨੂੰ ਲੱਗੇ ਤਾਂ ਆਪਾਂ ਮਾੜਾ ਜਿਹਾ ਕਿਰਨ ਬੇਦੀ ਵੱਲ ਚੱਲ ਜਾਈਏ। ਬਿਲਕੁਲ, ਖੈਰ ਟਿਕਟ ਦੀ ਗੱਲ ਤਾਂ ਆਪਾਂ ਸਾਰੇ ਅੰਡਰਸਟੈਂਡ ਕਰਦੇ ਹਾਂ ਕਿ ਜਿੰਨਾ ਹੋ ਸਕੇ ਫ੍ਰੀ
ਤੇ ਬਾਕੀ ਜਿਹੜਾ ਪੈਸਾ ਚਾਹੀਦਾ ਹੈ, ਜਿਹੜਾ ਆਪਣੀ ਪਾਕਟ ਦੇ ਮੁਤਾਬਿਕ, ਆਪਣੇ ਮਨ ਦੇ ਮੁਤਾਬਿਕ, ਉੱਥੇ ਕੀ ਜਿਵੇਂ ਦਾਨ ਪਾਤਰ ਹੁੰਦਾ ਹੈ ਉੱਥੇ ਜ਼ਰੂਰ ਪਾਓ। ਅਸੀਂ ਕੱਲ ਸੱਤੀ ਸਾਹਿਬ ਨਾਲ ਗੱਲ ਕੀਤੀ ਸੀਗੀ, ਪੂਰਾ ਖਗੋਲ ਕੇ ਦੱਸਿਆ, ਪਰ ਫਿਰ ਬਾਅਦ 'ਚ ਸਾਨੂੰ ਪਤਾ ਲੱਗਾ ਵੀ ਕਿਰਨ ਬੇਦੀ ਨੇ ਵੀ ਕੁਝ ਕਹਿ ਦਿੱਤਾ, ਕਿਉਂਕਿ ਉਹ ਆਈ ਸੀਗੇ, ਕਹਿੰਦੇ ਜਿਵੇਂ ਉਹਨਾਂ ਦੀ ਕੁਛ ਏਦਾਂ ਦੀ ਕਿਤਾਬ ਜਿਹੜੀ ਸੀਗੀ ਉਹ ਵਿਮੋਚਨ ਕਰਨ ਆਏ ਸੀ ਕਿਤਾਬ ਦਾ, ਤੇ ਕਹਿੰਦੇ ਕਿ 12 ਵਜੇ ਦੇ ਨਾਲ ਜੋੜਿਆ। ਹਾਂ, ਸਿੱਖ ਪੰਥ ਦੀ ਗੱਲ ਕੀਤੀ ਹੈ ਉਹਨਾਂ ਨੇ, ਤਾਂ ਵਾਕਈ ਸਾਰੇ ਜਥੇਬੰਦੀਆਂ ਨੇ ਔਰ ਸਾਰੇ ਲੀਡਰਸ ਨੇ ਉਹਨਾਂ ਨੂੰ ਬੜੇ ਮਤਲਬ ਕਰਾਰੇ ਜਵਾਬ ਦਿੱਤੇ ਨੇ ਕਿ ਤੁਹਾਨੂੰ ਸਿੱਖ ਇਤਿਹਾਸ ਦਾ ਕੀ ਪਤਾ ਹੈ। ਅੱਛਾ, ਮੈਨੂੰ ਇਹ ਲੱਗਦਾ ਕਿ ਇਹ ਜਿਹੜੇ ਨਾ ਇੱਕ ਪਾਰਟਿਕੂਲਰ ਵੇਵ ਆ ਜਿਹੜੀ ਇੱਕ ਅਸੀਂ ਕਹਿ ਲਈਏ ਕਿ ਨਾ ਇਹ ਕਮਿਊਨਲਿਜ਼ਮ ਵੱਲ ਬੜੀ ਛੇਤੀ ਚਲੇ ਜਾਂਦੀ ਹੈ, ਮਤਲਬ ਕਿਸੇ ਧਰਮ ਵੱਲ ਬੜੀ ਛੇਤੀ ਚਲੇ ਜਾਂਦੇ ਬੀਜੇਪੀ ਵਾਲੇ। ਮੈਨੂੰ ਇਹ ਨਹੀਂ ਸਮਝ ਆਉਂਦਾ ਕਿਉਂ ਜਾਂਦੇ ਆ। ਇਹਨਾਂ ਕੋਲ ਸ਼ਾਇਦ ਇਹੀ ਇੱਕ ਅਸਤਰ ਸ਼ਸਤਰ ਹੈਗੇ ਨੇ ਜਿਹੜੇ ਚਲਾਉਂਦੇ ਕੋਈ ਧਰਮ ਕੋਈ ਵੀ ਆ, ਇਤਿਹਾਸ ਕਿਸੇ ਦਾ ਵੀ ਆ, ਉਹਨੂੰ ਤੁਸੀਂ ਪਹਿਲਾਂ ਪੜ੍ਹੋ ਤੇ ਫੇਰ ਖਗਾ ਲਓ। 12 ਵਜੇ ਇਹਨਾਂ ਨੂੰ ਜੇ ਦੱਸਿਆ ਜਾਵੇ ਤੇ ਸਾਡੇ ਨੌਜਵਾਨ ਮੁਗਲ ਜਦੋਂ ਆਉਂਦੇ ਸੀਗੇ ਤੇ 12 ਵਜੇ ਰਾਤ ਨੂੰ ਜਨਾਨੀਆਂ ਚੱਕ ਕੇ ਜਾਂਦੇ ਸੀ ਤੇ ਉਹ ਰਾਤ ਨੂੰ ਗੁਰੀਲਾ ਯੁੱਧ ਕਰਦੇ ਸੀ 12 ਵਜੇ ਉਹਨਾਂ ਨਾਲ। ਇਹ 12 ਵਜੇ ਦੇ ਨਾਲ ਐਸੋਸੀਏਸ਼ਨ ਸਾਡੀ ਤਾਂ ਆ, ਪਰ ਉਹ ਇਤਿਹਾਸ ਪੜ੍ਹਿਆ ਹੋਵੇ ਤੇ ਫੇਰ ਹੀ ਪਤਾ ਲੱਗੇ ਇਹਨਾਂ ਨੂੰ। ਗੱਲ ਇਹੀ ਹੈ ਨਾ, ਜਿਹੜੇ ਇਤਿਹਾਸ ਪੜ੍ਹਦੇ ਨੇ, ਇਤਿਹਾਸ ਜਾਣਦੇ ਨੇ, ਕੰਪੈਰੀਟਿਵ ਸਟੱਡੀਜ਼ ਕਰਦੇ ਨੇ, ਉਹ ਕਦੀ ਕਮੈਂਟ ਨਹੀਂ ਕਰਦੇ, ਕਦੀ ਰਾਹ ਤੁਰੇ ਜਾਂਦੇ ਗੱਲ ਨਹੀਂ ਕਰਦੇ। ਜਦੋਂ ਕਿਤੇ ਡਿਬੇਟ ਹੁੰਦੀ ਹੈ, ਕੋਈ ਪਾਰਟਿਕੂਲਰ ਪੁਆਇੰਟ ਉੱਠਦੇ ਨੇ, ਉਦੋਂ ਕਲੈਰੀਫਿਕੇਸ਼ਨਸ ਦਿੰਦੇ ਨੇ। ਉਹ ਜਾ ਕੇ ਜਲਸਿਆਂ ਦੇ ਵਿੱਚ ਮਾਈਕਰੋਫੋਨਸ ਦੇ ਉੱਤੇ ਇਹੋ ਜਿਹੀਆਂ ਗੱਲਾਂ ਨਹੀਂ ਬੋਲਦੇ ਫਿਰਦੇ। ਤੁਸੀਂ ਕਿਤਾਬ ਦਾ ਵਿਮੋਚਨ ਕਰਨਾ ਹੈ ਤਾਂ ਕਿਤਾਬ ਦਾ ਵਿਮੋਚਨ ਕਰੋ ਤੇ ਜਾਓ। ਤੁਸੀਂ ਦੂਜੀਆਂ ਗੱਲਾਂ ਕਿਉਂ ਕਰਦੇ ਪਏ ਹੋ? ਵਾਈ ਡੋਂਟ ਯੂ ਬੀ ਟੂ ਦ ਪੁਆਇੰਟ? ਤੁਹਾਡੇ ਕੋਲ ਇੰਨਾ ਸਮਾਂ ਹੈ ਕਿ ਤੁਸੀਂ ਖਲੇਰਾ ਪਾ ਕੇ ਬਹਿ ਜਾਂਦੇ ਹੋ ਹਰ ਗੱਲ ਦਾ? ਨਹੀਂ, ਇਹ ਤੇ ਫਿਰ ਦੇਖੋ ਨਾ, ਖਲੇਰਾ ਪਾਉਣ ਲਈ ਤਾਂ ਆਏ ਹੁੰਦੇ ਆ। ਗੱਲ ਤਾਂ ਇਹੀ ਹੈ, ਆਕਾਮਾਂ ਨੂੰ ਖੁਸ਼ ਵੀ ਤਾਂ ਕਰਨਾ ਹੀ ਆ। ਬਿਲਕੁਲ। ਪਰ ਇਹ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਧਰਮ ਬੜਾ ਡੈਲੀਕੇਟ ਮੁੱਦਾ ਹੁੰਦਾ, ਚਾਹੇ ਮੇਰਾ ਧਰਮ ਆ, ਤੁਹਾਡਾ ਧਰਮ ਆ, ਕਿਸੇ ਧਰਮ ਦੇ ਉੱਤੇ ਕੁਝ ਵੀ ਨਹੀਂ ਟਿੱਪਣੀ ਕਰਨੀ ਚਾਹੀਦੀ। ਧਰਮ ਇੱਕੋ ਹੀ, ਇਨਸਾਨੀਅਤ। ਸਾਰੇ ਧਰਮ ਇਨਸਾਨੀਅਤ ਸਿਖਾਉਂਦੇ ਨੇ, ਇਨਸਾਨੀਅਤ ਧਰਮ ਹੈ। ਔਰ ਕਿਸੇ ਵੀ ਧਰਮ ਦੇ ਉੱਤੇ, ਕਿਸੇ ਵੀ ਜ਼ਾਤ ਦੇ ਉੱਤੇ, ਭਾਸ਼ਾ ਉੱਤੇ, ਇਲਾਕੇ ਉੱਤੇ ਕਿਸੇ ਨੂੰ ਕੁਝ ਕਹਿਣ ਦਾ ਹੱਕ ਨਹੀਂ, ਕਿਉਂਕਿ ਸਾਡਾ ਸੰਵਿਧਾਨ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ। ਠੀਕ ਹੈ, ਚਲੋ ਜੀ, ਇਸੇ ਹੀ ਉੱਤੇ, ਕਿਉਂਕਿ ਮੈਂ ਦਿੱਲੀ ਜਾਣਾ, ਫਿਰ ਮੈਂ ਜਲਦੀ ਜਾਣਾ ਹੈ। ਤੁਹਾਡੀ ਵੋਲਵੋ ਇੰਤਜ਼ਾਰ ਕਰਦੀ ਪਈ ਆ ਤੇ ਚਲੋ ਜੀ, ਤੁਹਾਡੇ ਤੋਂ ਲੈਣੇ ਇਜਾਜ਼ਤ। ਤੁਸੀਂ ਦੇਖਦੇ ਰਹੋ ਪੰਜਾਬ ਮੇਲ USA TV। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।